ਇਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੂੰ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ, ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਈ ਭਗਤ ਗੁਰਪੁਰਬ ਕਰੰਦੇ ਦੇ ਮਹਾਵਾਕ ਅਨੁਸਾਰ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਉਂਦਿਆਂ ਪ੍ਰਬੰਧਕਾਂ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰ ਬਲਬੀਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਉਹਨਾਂ ਪਾਸੋਂ ਆਪ ਜੀ ਨੇ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰੂ ਦੀ ਮਹਿਮਾ, ਸਤਿਗੁਰੂ ਜੀ ਦੇ ਪਰ ਉਪਕਾਰ, ਰੱਬੀ ਉਪਦੇਸ਼, ਗੁਰਬਾਣੀ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੇ ਹਨ। ਸਰਬੱਤ ਸੰਗਤਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ ਹੁਣ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਗਤ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਪੰਥ ਦੀ ਬੁਨਿਆਦ ਜਿਹੜੇ ਦੋ ਥੰਮਾਂ ਤੇ ਰੱਖੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਦਾ ਜ਼ਿਕਰ ਕੀਤਾ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਵੀ ਕੋਈ ਪ੍ਰਸ਼ਨ ਕਰਦਾ, ਸਤਿਗੁਰੂ ਜੀ ਰੂਹਾਨੀ ਸ਼ਕਤੀ ਦਾ ਮੂਲ ਸਰੋਤ ਕੀ ਹੈ, ਤੁਹਾਡੇ ਕੋਲ ਕਿਹੜੀ ਰੂਹਾਨੀ ਸ਼ਕਤੀ ਹੈ, ਜਾਂ ਤੁਸੀਂ ਆਪਣੇ ਜੀਵਨ ਵਿੱਚ ਕਿਸ ਦਾ ਓਟ ਆਸਰਾ ਤੱਕਦੇ ਹੋ। ਸਤਿਗੁਰੂ ਜੀ ਜੋ ਉੱਤਰ ਦਿੰਦੇ ਹੋ, ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗਰੀਬ ਨਵਾਜ ਜੀ ਨੇ ਇਹ ਸਪਸ਼ਟ ਕੀਤਾ ਸੀ ਕਿ ਸਾਨੂੰ ਗੁਰੂ ਕੀ ਸੰਗਤ, ਗੁਰੂ ਕੀ ਬਾਣੀ ਦਾ ਓਟ ਆਸਰਾ ਹੈ। ਇਹਦੇ ਤੋਂ ਬਿਨਾ ਹੋਰ ਕੋਈ ਰਾਈ ਮਾਤਰ ਵੀ, ਰੰਚਕ ਭਰ ਵੀ ਅਸੀਂ ਓਟ ਆਸਰਾ ਆਪਣੇ ਜੀਵਨ ਵਿੱਚ ਨਹੀਂ ਤੱਕਦੇ। ਅੱਜ ਵੀ ਜੇ ਸੰਗਤ ਵਿੱਚ ਆਪ ਜੀ ਬੈਠੇ ਹੋ, ਇਸ ਸੰਗਤ ਦੀ ਬੜੀ ਮਹਾਨਤਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਵੇਖੋ, ਭਵ ਸਾਗਰ ਤੋਂ ਪਾਰ ਹੋਣ ਲਈ ਜੋਗੀ ਘਰ ਛੱਡਦੇ ਸਨ, ਪਰਬਤਾਂ ਤੇ ਬੈਠ ਕੇ ਸਾਧਨਾ ਕਰਦੇ ਸਨ, ਤੇ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣਿਆ ਤੇ ਉਹਨਾਂ ਨੇ ਵੀ ਇਹ ਪ੍ਰਸ਼ਨ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਚਰਪਟ ਬੋਲੇ ਔਧੂ ਨਾਨਕ, ਦੇ ਸੱਚਾ ਵਿਚਾਰੋ। ਚਰਪਟ ਔਧੂ, ਚਰਪਟ ਜੋਗੀ ਪੁੱਛਦਾ, ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਸਾਨੂੰ ਉੱਤਰ ਦਿਓ ਕਿ ਦੁਨੀਆ ਦਾ ਇਹ ਸਾਗਰ, ਜਿਹਨੂੰ ਭਵ ਸਾਗਰ ਕਹਿੰਦੇ ਨੇ, ਜਿਹੜਾ ਬੜਾ ਡਰਾਉਣਾ ਹੈ, ਬੜਾ ਭਿਆਨਕ ਹੈ, ਜਿਹਨੂੰ ਤਰਨਾ ਬੜਾ ਕਠਨ ਹੈ। ਆ ਦਿਸਦੇ ਪਾਣੀਆਂ ਵਿੱਚੋਂ ਤੇ ਕਦੇ ਕਦੇ ਅਸੀਂ ਖਬਰ ਸੁਣਦੇ ਹਾਂ ਵੀ ਕੋਈ ਡੁੱਬਿਆ ਹੋਵੇ, ਕਿਸੇ ਦੀ ਬੇੜੀ, ਕਿਸੇ ਦਾ ਜਹਾਜ਼ ਡੁੱਬ ਗਿਆ ਹੋਵੇ, ਪਰ ਅਣਦਿਸਦੇ ਸਾਗਰ ਵਿੱਚ ਸਾਹਿਬ ਕਹਿੰਦੇ ਅਸੀਂ ਜਦੋਂ ਵੀ ਵੇਖਦੇ ਹਾਂ, ਬਾਜ ਗੁਰੂ ਡੁੱਬਾ ਜਗ ਸਾਰਾ, ਹਮ ਦੇਖਾ ਤੈਂ ਡੂਬੀ ਅਲੇ। ਸਤਿਗੁਰੂ ਗਰੀਬ ਨਵਾਜ ਜੀ ਨੇ ਜਿਹੜਾ ਜ਼ਿਕਰ ਕੀਤਾ, ਤੇ ਜੋਗੀ ਪ੍ਰਸ਼ਨ ਕਰਦੇ ਸਨ ਵੀ ਘਰ ਵਿੱਚ ਰਹਿ ਕੇ ਕਿਰਤ ਕਰਦਿਆਂ, ਪਰਿਵਾਰਾਂ ਵਿੱਚ ਰਹਿ ਕੇ ਇਸ ਸਾਗਰ ਨੂੰ ਕਿਵੇਂ ਤਰਿਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਦਾ ਉੱਤਰ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਵੀ ਜਦੋਂ ਵੀ ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜ ਜਾਵੇ, ਪਰਮੇਸ਼ਰ ਦਾ ਨਾਮ ਜਪਦਿਆਂ, ਗੁਰੂ ਕੀ ਸੰਗਤ ਕਰਦਿਆਂ, ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰਾਂ ਉਦਾਹਰਨਾਂ ਦਿੱਤੀਆਂ ਨੇ ਵੀ ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ, ਕਦੇ ਵੀ ਉਹ ਚਿੱਕੜ ਤੋਂ ਵੱਖ ਹੋ ਕੇ ਜੀਵਤ ਨਹੀਂ ਰਹਿ ਸਕਦਾ, ਪਰ ਜਿਵੇਂ ਜਿਵੇਂ ਚਿੱਕੜ ਉੱਪਰ ਆਉਂਦਾ ਹੈ, ਤਿਵੇਂ ਤਿਵੇਂ ਕਮਲ ਦਾ ਫੁੱਲ ਉੱਪਰ ਹੋ ਕੇ ਖਿੜਦਾ ਹੈ ਤੇ ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖਦਾ ਹੈ। ਦੂਸਰੀ ਉਦਾਹਰਨ ਸਤਿਗੁਰਾਂ ਦਿੱਤੀ ਮੁਰਗਾਬੀ ਦੀ। ਮੁਰਗ ਆਬ ਕਹਿੰਦੇ ਨੇ ਪਾਣੀ ਨੂੰ। ਉਹ ਮੁਰਗੀ ਜਿਹੜੀ ਪਾਣੀ ਤੇ ਤਰਦੀ ਹੈ, ਤੇ ਆਮ ਕਰਕੇ ਅਸੀਂ ਵੇਖਦੇ ਹਾਂ ਕਿ ਜਿੰਨੇ ਵੀ ਜੀਵ ਜਦੋਂ ਪਾਣੀ ਤੇ ਤਰਦੇ ਨੇ, ਉਹਨਾਂ ਦੇ ਖੰਭ ਭਿੱਜ ਜਾਣ, ਫਿਰ ਉਹ ਉੱਡ ਨਹੀਂ ਸਕਦੇ। ਪਰ ਮੁਰਗਾਬੀ ਕੋਲ ਇੱਕ ਜੁਗਤ ਹੈ ਕਿ ਉਹ ਤਰਦੀ ਪਾਣੀ ਤੇ ਆ, ਪਰ ਆਪਣੇ ਖੰਭ ਸੁੱਕੇ ਰੱਖਦੀ ਹੈ। ਤੇ ਜਦੋਂ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਕਹਿਣ ਲੱਗੇ ਸ਼ਬਦ ਤੇ ਸੁਰਤ ਦੋਵਾਂ ਦਾ ਸੁਮੇਲ ਹੋ ਜੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਐਸੇ ਮਹਾਨ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਰਾਏ ਬੁਲਾਰ ਖਾਨ ਦੇ ਸਤਿਕਾਰਯੋਗ ਪਿਤਾ ਜੀ ਦੇ ਨਾਮ ਰਾਏ ਭੋਏ ਦੇ ਨਾਂ ਤੇ ਪ੍ਰਸਿੱਧ ਸੀ,
ਜਦੋਂ ਧਰਤੀ ਦੀ ਪੁਕਾਰ ਨੂੰ ਸੁਣ ਕੇ, ਸਮੁੱਚੀ ਕਾਇਨਾਤ ਦੀ ਬੇਨਤੀ ਨੂੰ ਸੁਣ ਕੇ ਪ੍ਰਮਾਤਮਾ ਨੇ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਵਿੱਚ ਭੇਜਿਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਰਾਏ ਬੁਲਾਰ ਖਾਨ ਇੰਨਾ ਪ੍ਰਭਾਵਿਤ ਹੋਇਆ ਕਿ ਵੇਖੋ ਅੱਜ ਦੇ ਰਾਜੇ ਮਹਾਰਾਜੇ ਜਦੋਂ ਸੱਤਾ ਹਾਸਲ ਕਰਦੇ ਨੇ ਤੇ ਗੁਰੂ ਕੀਆਂ ਨਗਰੀਆਂ ਵਿੱਚ ਵੀ ਜੇ ਕਿਤੇ ਉਹਨਾਂ ਨੇ ਕੋਈ ਸੰਸਥਾ ਖੋਲ੍ਹਣੀ ਹੋਵੇ ਤੇ ਉਹ ਆਪਣੇ ਵੱਡੇ ਵਡੇਰਿਆਂ ਦੇ ਨਾਂ ਤੇ ਖੋਲ੍ਹਦੇ ਨੇ, ਆਪਣੇ ਪਿਤਾ ਦੇ ਨਾਮ ਤੇ ਖੋਲਣਗੇ, ਚਾਹੇ ਉਹ ITI ਹੋਵੇ, ਚਾਹੇ ਕੋਈ ਸਕੂਲ ਕਾਲਜ ਹੋਵੇ। ਪਰ ਰਾਏ ਬੁਲਾਰ ਜੀ ਦੇ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਪ੍ਰਭਾਵ ਸੀ ਕਿ ਉਹਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਬਿੱਲ ਪਾਸ ਕੀਤਾ, ਇੱਕ ਮਤਾ ਲਿਆਂਦਾ ਤੇ ਉਹ ਮਤਾ ਇਹ ਪਾਇਆ ਗਿਆ ਕਿ ਅੱਜ ਤੋਂ ਬਾਅਦ ਇਹ ਰਾਏ ਭੋਏ ਦੀ ਤਲਵੰਡੀ ਜੋ ਮੇਰੇ ਪਿਤਾ ਦੇ ਨਾਮ ਤੇ ਵਸਦੀ ਸੀ, ਭੋਏ ਨਾਮ ਹੈ ਤੇ ਰਾਏ ਦਾ ਅਰਥ ਹੁੰਦਾ ਹੈ ਰਾਜਾ। ਜਿਵੇਂ ਬੁਲਾਰ ਖਾਨ ਨਾਮ ਹੈ ਤੇ ਅਸੀਂ ਰਾਏ ਬੁਲਾਰ ਖਾਨ ਕਹਿੰਦੇ ਹਾਂ। ਰਾਏ ਦਾ ਮਤਲਬ ਰਾਜਾ ਹੈ। ਬਾਅਦ ਵਿੱਚ ਵੀ ਰਾਏ ਕੱਲਾ, ਰਾਏ ਡੱਲਾ, ਬੜੇ ਜ਼ਿਕਰ ਐਸੇ ਆਉਂਦੇ ਨੇ। ਤੇ ਜਦੋਂ ਰਾਏ ਬੁਲਾਰ ਖਾਨ ਨੇ ਮਤਾ ਪਾਸ ਕੀਤਾ ਕਿ ਅੱਜ ਤੋਂ ਬਾਅਦ ਇਸ ਰਾਏ ਭੋਏ ਦੀ ਤਲਵੰਡੀ ਜਿਹੜੀ ਹੈ ਇਹਦਾ ਨਾਮ ਹੁਣ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਨਨਕਾਣਾ ਸਾਹਿਬ ਹੋਵੇਗਾ। ਤੇ ਉਸ ਦਿਨ ਤੋਂ ਬਾਅਦ ਉਸ ਪਵਿੱਤਰ ਧਰਤੀ ਨੂੰ ਨਨਕਾਣਾ ਸਾਹਿਬ ਦੇ ਰੂਪ ਵਿੱਚ ਸਾਰਾ ਸੰਸਾਰ ਜਿੱਥੇ ਯਾਦ ਕਰਦਾ, ਉੱਥੇ ਗਰੀਬ ਨਵਾਜ ਜੀ ਦੀ ਨਵਾਜੀ ਹੋਈ ਪਵਿੱਤਰ ਪਾਵਨ ਧਰਤੀ, ਜਿਸ ਨੂੰ ਅੱਜ ਵੀ ਅਸੀਂ ਦਰਸ਼ਨ ਕਰਨ ਲਈ ਤਰਸਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਬਚਨ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਜਿੱਥੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਬਣ ਕੇ ਧੰਨਤਾ ਜੋਗ ਹੋ ਗਈ, ਉੱਥੇ ਗਰੀਬ ਨਵਾਜ ਜੀ ਨੇ ਸੰਸਾਰ ਵਿੱਚ ਪ੍ਰਗਟ ਹੋਣ ਲਈ ਜਿਸ ਮਾਂ ਦੀ ਕੁੱਖ ਨੂੰ ਚੁਣਿਆ, ਸੱਚਮੁੱਚ ਨਾਮ ਤ੍ਰਿਪਤਾ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਕੁੱਖ ਵਿੱਚ ਨਿਵਾਸ ਕੀਤਾ ਤੇ ਸੱਚੀ ਮੁੱਚੀ ਮਾਤਾ ਤ੍ਰਿਪਤਾ ਜੀ ਤ੍ਰਿਪਤ ਹੋ ਗਏ। ਉਹਨਾਂ ਦੇ ਜੀਵਨ ਵਿੱਚ ਕੋਈ ਤ੍ਰਿਸ਼ਨਾ, ਕੋਈ ਭੁੱਖ ਮਗਰ ਨਾ ਬਚੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਤੱਕ ਲਿਖਿਆ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚ ਨਿਵਾਸ ਕੀਤਾ ਤੇ ਮਾਤਾ ਤ੍ਰਿਪਤਾ ਜੀ ਦੀ ਸੁੰਦਰਤਾ ਗਹਿਣਿਆਂ ਦਾ ਮੁਤਾਜ ਨਾ ਰਹਿ ਗਈ, ਕਿਉਂਕਿ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਨੀਵਾਂ ਵਿਖਾਉਣ ਵਾਸਤੇ ਇਹ ਕਿਹਾ ਜਾਂਦਾ ਹੈ ਵੀ ਪੁਰਸ਼ ਮੁਕੰਮਲ ਹੈ, ਪੁਰਸ਼ ਸੋਹਣਾ ਹੈ, ਤੈਨੂੰ ਹਾਰ ਸ਼ਿੰਗਾਰ ਕਰਕੇ, ਤੈਨੂੰ ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰਕੇ ਫਿਰ ਪੁਰਸ਼ ਦੇ ਬਰਾਬਰ ਹੋਣਾ ਪਵੇਗਾ। ਇਹੀ ਕਾਰਨ ਕਿ ਸਾਡੀਆਂ ਮਾਤਾਵਾਂ ਭੈਣਾਂ ਵੱਧ ਤੋਂ ਵੱਧ ਜ਼ੋਰ ਇਸ ਗੱਲ ਤੇ ਦਿੰਦੀਆਂ ਨੇ ਕਿ ਸਾਡਾ ਸੁਹੱਪਣ ਦੁਨਿਆਵੀ ਹਾਰ ਸ਼ਿੰਗਾਰ ਦੇ ਨਾਲ ਪੂਰਾ ਹੋਵੇ, ਪਰ ਜਦੋਂ ਸਤ ਸੰਗਤ ਨਾਲ ਜੁੜ ਜਾਣ ਸਾਡੀਆਂ ਭੈਣਾਂ ਮਾਵਾਂ ਤੇ ਸੱਚੀ ਮੁੱਚੀ ਉਹਨਾਂ ਦੀ ਸੁੰਦਰਤਾ ਬਿਊਟੀ ਪਾਰਲਰ ਦਾ ਜੋ ਮੁਤਾਜ ਨਹੀਂ ਰਵੇਗੀ, ਉਹਨਾਂ ਨੂੰ ਸਮਝ ਆਵੇਗੀ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਕਵੀ ਸੰਤੋਖ ਸਿੰਘ ਜੀ ਲਿਖਦੇ ਵੀ ਜਿਸ ਦਿਨ ਦਾ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਇਆ ਤੇ ਮਾਤਾ ਜੀ ਜਿੱਥੇ ਵੀ ਬੈਠਦੇ ਨੇ ਉਹ ਧਰਤੀ ਸੁਹਾਵਣੀ ਸ਼ੋਭਨੀਕ ਬਣ ਜਾਂਦੀ ਹੈ। ਜੇ ਕੋਈ ਇਹ ਸੁਣ ਕੇ ਸੰਦੇਹ ਕਰੇ, ਮਨ ਵਿੱਚ ਤਰਕ ਕਰੇ, ਤੇ ਕਵੀ ਜੀ ਕਹਿੰਦੇ ਨੇ ਮੈਂ ਅੱਗੋਂ ਉੱਤਰ ਦੇਵਾਂਗਾ ਕਿ ਜਿਸ ਪਰਮਾਤਮਾ ਦੇ ਚਾਨਣ ਨਾਲ ਸਮੁੱਚਾ ਬ੍ਰਹਿਮੰਡ ਰੋਸ਼ਨ ਹੋ ਰਿਹਾ, ਆ ਸੂਰਜ ਚੰਦਰਮਾ ਤਾਰੇ ਜਿਹੜੇ ਨੇ
ਇਹਨਾਂ ਦਾ ਵੀ ਆਪਣਾ ਚਾਨਣ ਨਹੀਂ ਹੈ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਅਸਲ ਵਿੱਚ ਪਰਮਾਤਮਾ ਜਿਹੜਾ ਹੈ ਉਹ ਹੈ ਹੀ ਚਾਨਣ, ਲਾਈਟ, ਪ੍ਰਕਾਸ਼, ਜਿਹਨੂੰ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਅਨਭਉ ਪ੍ਰਕਾਸ਼, ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਉਹ ਨੂਰ ਹੈ, ਉਹ ਜਲਵਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਸੁਪਨੈ ਉਬੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਉਹ ਪ੍ਰਭੂ ਹੈ ਹੀ ਚਾਨਣ ਦਾ ਮੁਜੱਸਮਾ। ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਹਿਰਦੇ ਅੰਦਰ ਉਮਾ ਪੈਦਾ ਕਰਦੇ ਨੇ, ਜਗਿਆਸੂ ਦੇ ਰੂਪ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਭਾਈ ਵੀਰ ਸਿੰਘ ਹੋਣਾ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਅਸਲ ਵਿੱਚ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਹੀ ਨੂਰ ਨੇ। ਭੱਟ ਸਾਹਿਬਾਨ ਦੇ ਬਚਨ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸ਼ਬਦ ਨੇ, ਜੋਤ ਨੇ ਹੀ ਅਸਲ ਵਿੱਚ ਗੁਰੂ ਨਾਨਕ ਕਹਾਇਆ ਹੈ। ਗੁਰੂ ਨਾਨਕ ਜੀ ਜਗਤ ਵਿੱਚ ਆਏ ਪਰ ਗਏ ਨਹੀਂ, ਭਾਈ ਲਹਿਣਾ ਜੀ ਵਿੱਚ ਬੈਠ ਕੇ। ਫਿਰ ਗੁਰੂ ਅਮਰਦਾਸ ਜੀ ਨੂੰ ਚੁਣਿਆ। 10 ਟਿਕਾਣੇ ਗੁਰੂ ਜੋਤ ਦੇ ਤਬਦੀਲ ਹੋਏ। ਕਦੇ ਗੁਰੂ ਜੋਤ ਦਾ ਟਿਕਾਣਾ ਕਰਤਾਰਪੁਰ ਸਾਹਿਬ, ਕਦੇ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੈ ਜੋਤ ਜਗਾਈ। ਫਿਰ ਸਮਾਂ ਆਇਆ ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਉਹੀ ਜੋਤ ਜਦੋਂ ਚੌਥੀ ਪੀੜ੍ਹੀ ਵਿੱਚ ਟਿਕਦੀ ਹੈ ਤੇ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਭਾਈ ਗੁਰਦਾਸ ਜੀ ਲਿਖਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਫਿਰ ਇਹੀ ਜੋਤ ਗੁਰੂ ਅਰਜਨ ਦੇਵ ਜੀ ਵਿੱਚ ਬਿਰਾਜਮਾਨ ਹੁੰਦੀ ਹੈ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜੁਨ ਮਾਹੀ ਧਰੀ। ਫਿਰ ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਪੜਾ 10 ਨੇ, ਟਿਕਾਣੇ 10 ਨੇ, ਗੁਰੂ ਸਾਡਾ ਇੱਕੋ ਹੀ ਹੈ, ਜਿਹਨੂੰ ਆਪਾਂ ਸ਼ਬਦ ਕਹਿੰਦੇ ਆ, ਗਿਆਨ ਰੂਪੀ ਜੋਤ ਕਹਿੰਦੇ ਆ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਤੇ 10 ਜਾਮਿਆਂ ਵਿੱਚ ਜੋਤ ਵਿਚਰਦੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਕਿ ਸਦੀਵ ਕਾਲ ਲਈ ਇਹ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਏ ਪਰ ਗਏ ਨਹੀਂ, ਜੋਤ ਸਰੂਪ ਆਏ। ਤੇ ਅੱਜ ਅਸੀਂ ਇਹ ਅਰਦਾਸ ਕਰਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਤਸ਼ਾਹੀਆਂ 10 ਪਰ ਜੋਤਾਂ 10 ਨਹੀਂ, ਜੋਤ ਇੱਕੋ ਹੀ ਹੈ। ਜੋਤ 오ਹਾ ਜੁਗਤ ਸਾਏ, ਸ਼ੈ ਕਾਇਆ ਫੇਰ ਪਲਟੀ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਨੂਰ ਸਨ। ਇੰਜ ਕਹਿ ਲਓ ਵੀ ਜਿਵੇਂ ਸ਼ਬਦ ਨੇ ਹੀ ਆਕਾਰ ਧਾਰਨ ਕਰਕੇ ਸੰਸਾਰ ਵਿੱਚ ਆਉਣਾ ਕੀਤਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਖੇਡ ਇਸ ਤਰ੍ਹਾਂ ਦੀ ਸੀ ਵੀ ਜਿਵੇਂ ਬੀਜ ਤੋਂ ਫਲ ਤੇ ਫਲ ਤੋਂ ਫਿਰ ਬੀਜ। ਇੰਜ ਕਹਿ ਲਵੋ ਕਿ ਸ਼ਬਦ ਨੇ ਜਿਵੇਂ ਆਕਾਰ ਧਾਰਨ ਕੀਤਾ ਤੇ 10 ਪਾਤਸ਼ਾਹੀਆਂ ਤੋਂ ਇਹ ਫਿਰ ਸਾਡੇ ਤੇ ਬਖਸ਼ਿਸ਼ ਹੋਈ, ਜਿਵੇਂ ਬੀਜ ਤੋਂ ਫਲ ਤੇ ਫਲ ਨੇ ਫਿਰ ਬੀਜ ਨੂੰ ਜਨਮ ਦਿੱਤਾ। ਮਾਨੋ ਸ਼ਬਦ ਨੇ ਜਿਵੇਂ ਸਰੀਰ ਧਾਰਨ ਕੀਤਾ ਤੇ ਫਿਰ 10ਵੇਂ ਜਾਮੇ ਵਿੱਚ ਜਾ ਕੇ ਦੱਸ ਦਿੱਤਾ, ਗੁਰਸਿੱਖੋ ਅੱਜ ਉਹ ਸਰੀਰ ਮੌਜੂਦ ਨਹੀਂ ਹੈ ਜਿਸ ਸਰੀਰ ਦੇ ਵਿੱਚ ਕਦੇ ਅਸੀਂ ਇਹ ਉਪਦੇਸ਼ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅੱਜ ਸਰੀਰ 10ਵਾਂ ਜੇ, ਸਰੀਰ ਬਦਲਨੇ ਪਏ ਨੇ। 10 ਜਾਮੇ ਧਾਰਨ ਕਰਕੇ ਸਾਹਿਬ ਨੇ ਕਿਹਾ ਸੀ 10 ਚੱਲੇ ਆ ਕਿ ਸਰੀਰ ਸਦੀਵੀ ਨਹੀਂ, ਸ਼ਬਦ ਸਦੀਵੀ ਹੈ। ਇਸ ਕਰਕੇ ਤੁਸੀਂ ਸ਼ਬਦ ਨਾਲ ਜੁੜਨਾ ਹੈ
ਤੇ ਅੱਜ ਸਿੱਖ ਜਗਤ ਦੇ ਅੰਦਰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਹੈ। ਵੇਖੋ, ਕਿਸੇ ਦਾ ਰਾਜ ਕੇਵਲ ਸਤਯੁਗ ਵਿੱਚ, ਕਿਸੇ ਦਾ ਤ੍ਰੇਤੇ ਵਿੱਚ, ਕਿਸੇ ਦਾ ਦੁਆਪਰ ਵਿੱਚ, ਕਿਸੇ ਦਾ ਕਲਯੁਗ ਵਿੱਚ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਹਾਨੀ ਰਾਜ ਜੁਗੋ ਜੁਗ ਅਟਲ ਹੈ। ਸ਼੍ਰੀ ਗੁਰੂ ਰਾਜ ਅਬਚਲ ਅਟਲ, ਆਦਿ ਪੁਰਖ ਫਰਮਾਇਓ। ਇਹ ਗੱਲ ਪਰਮੇਸ਼ਰ ਨੇ ਕਹੀ ਹੈ ਕਿ ਹੁਣ ਕਦੇ ਗੁਰੂ ਤਬਦੀਲ ਨਹੀਂ ਕਰਨਾ ਪਵੇਗਾ। ਜੁਗੋ ਜੁਗ ਅਟਲ, ਹੁਣ ਭਾਵੇਂ ਯੁੱਗ ਜਿਹੜਾ ਮਰਜੀ ਬਦਲ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹੀ ਜਿਹੜੀ ਹੈ ਇਹ ਜੁਗੋ ਜੁਗ ਅਟਲ ਹੈ। ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ, ਸਤਿਗੁਰ ਸੱਚਾ ਪਾਤਸ਼ਾਹ, ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਸਤਿਗੁਰ ਪਰਣੈ ਤਿੰਨ ਕੁਰਬਾਨਾ। ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਾਂ ਤ੍ਰਿਪਤਾ ਜੀ ਦੀ ਕੁੱਖ ਨੂੰ ਚੁਣਿਆ, ਕਿਉਂਕਿ ਉਹਨਾਂ ਦਾ ਉਪਦੇਸ਼ ਵੀ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਜੇ ਕੋਈ ਵੱਡਾ ਜੋਗੀ ਹੈ, ਜੇ ਕੋਈ ਵੱਡਾ ਤਪਸਵੀ ਹੈ, ਜੇ ਕੋਈ ਪੈਗੰਬਰ ਹੈ, ਅਵਤਾਰ ਹੈ, ਇੱਥੇ ਤੱਕ ਕਿ 10 ਪਾਤਸ਼ਾਹੀਆਂ ਵੀ ਸੰਸਾਰ ਵਿੱਚ ਪ੍ਰਗਟ ਹੋਣ ਵਾਸਤੇ ਮਾਤਾ ਪਿਤਾ ਦੀ ਲੋੜ ਪਈ ਹੈ। ਤੇ ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਜਿਸ ਪਰਮੇਸ਼ਰ ਨੇ ਆਪਣੀ ਇਮਾਨਤ ਮਾਂ ਤੇ ਭਰੋਸਾ ਕਰਕੇ ਮਾਂ ਨੂੰ ਸੌਂਪੀ, ਉਹ ਮਾਂ ਕਿੰਨੀ ਸਤਿਕਾਰਯੋਗ ਹੋਵੇਗੀ। ਤੇ ਜਿਨ੍ਹਾਂ ਪੀਰਾਂ, ਪੈਗੰਬਰਾਂ, ਅਵਤਾਰਾਂ, ਜੋਗੀਆਂ ਨੇ ਮਾਂ ਨੂੰ ਨਿੰਦਿਆ ਸੀ, ਸਾਹਿਬ ਨੇ ਬਚਨ ਕਹੇ ਸਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸਾਹਿਬ ਕਹਿੰਦੇ ਅਸੀਂ ਪ੍ਰਗਟ ਹੋਏ, ਸਾਨੂੰ ਮਾਂ ਤ੍ਰਿਪਤਾ ਦੀ ਲੋੜ ਪਈ ਜੇ, ਸਾਨੂੰ ਭਾਈ ਲੈਣਾ ਚਾਹੀਦਾ, ਉਹ ਵੀ ਮਾਂ ਦੀ ਕੁੱਖ ਤੋਂ ਹੀ ਪ੍ਰਗਟ ਹੋਣਾ ਹੈ। ਭਾਵ ਕਿ ਇੱਥੇ ਤੱਕ ਕਿ ਜੇ 10 ਪਾਤਸ਼ਾਹੀਆਂ ਦਾ ਅਸੀਂ ਇਤਿਹਾਸ ਪੜ੍ਹੀਏ ਤੇ ਸੱਚਮੁੱਚ ਮਾਤਾ ਤ੍ਰਿਪਤਾ ਜੀ ਤੋਂ ਲੈ ਕੇ ਮਾਂ ਗੁਜਰ ਕੌਰ ਤੱਕ ਦਾ ਇਹ ਇਤਿਹਾਸ ਹੈ। ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਲੂ ਤੀਆ ਬੈਸੇ ਜਿਸ ਅੰਦਰ। ਕਾਲੂ ਤੀਆ ਦਾ ਮਤਲਬ ਪਿਤਾ ਕਾਲੂ ਜੀ ਦੇ ਧਰਮ ਪਤਨੀ ਜਿੱਥੇ ਵੀ ਬੈਠਦੇ ਨੇ, ਅਤ ਸ਼ੋਭਾ ਲੱਗੈ ਸੋ ਸੁੰਦਰ। ਕਹਿੰਦੇ ਭਾਵੇਂ ਉਹਨਾਂ ਨੇ ਕੋਈ ਗਹਿਣਾ ਨਹੀਂ ਪਹਿਨਿਆ, ਕੋਈ ਹਾਰ ਸ਼ਿੰਗਾਰ ਨਹੀਂ ਕੀਤਾ, ਕੋਈ ਦੁਨਿਆਵੀ ਤੌਰ ਤੇ ਜਿਵੇਂ ਮਾਵਾਂ ਭੈਣਾਂ ਆਪਣੇ ਆਪ ਨੂੰ ਸੰਪੂਰਨ ਕਰਨ ਵਾਸਤੇ, ਕਿਉਂਕਿ ਇਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਅਧੂਰੀਆਂ ਜੇ, ਤੁਸੀਂ ਸ਼ਿੰਗਾਰ ਕਰੋਗੀਆਂ ਤੇ ਫਿਰ ਤੁਸੀਂ ਪੂਰੀਆਂ ਹੋਣਾ। ਪਰ ਮਾਂ ਤ੍ਰਿਪਤਾ ਨੇ ਕੋਈ ਹਾਰ ਸ਼ਿੰਗਾਰ ਨਹੀਂ ਕੀਤਾ ਹੋਇਆ। ਕਾਲੂ ਤੀਆ ਬੈਸੇ ਜਿਸ ਅੰਦਰ, ਅਤ ਸ਼ੋਭਾ ਲੱਗੈ ਸੋ ਸੁੰਦਰ। ਜਦਪ ਭੂਖਨ ਸਕਲ ਉਤਾਰੇ, ਤਦਪ ਸੁੰਦਰਤਾ ਅਦਿਕ ਉਜਾਰੇ। ਸੁਨ ਸੰਦੇਹ ਕਰੇ ਜੇ ਕੋਊ, ਕੋਟ ਬ੍ਰਹਿਮੰਡ ਸ਼ੋਭਦਾ ਜੋਊ। ਤਿਹ ਨਿਵਾਸ ਕੀਓ ਜੇ ਥਾਈ, ਕਿਉਂ ਨਾ ਹੋਏ ਤੇ ਸ਼ੋਭ ਸਵਾਈ। ਅਗਲੀ ਕਿਰਪਾ ਕੀਤੀ ਮੇਰੇ ਸਤਿਗੁਰੂ ਜੀ ਨੇ, ਜਿੱਥੇ ਮਾਤਾ ਦੀ ਕੁੱਖ ਨੂੰ ਭਾਗ ਲਾਏ, ਮਾਤਾ ਤ੍ਰਿਪਤਾ ਜੀ ਰਾਹੀਂ ਸਤਿਗੁਰੂ ਜੀ ਸੰਸਾਰ ਵਿੱਚ ਪ੍ਰਗਟ ਹੋਏ। ਤੇ ਸਾਨੂੰ ਵੀ ਬਾਣੀ ਵਿੱਚ ਇਹ ਬਚਨ ਕਹੇ ਵੀ ਜਿਹੜਾ ਸਰੀਰਕ ਜੀਵਨ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਪਰ ਮਿਲਦਾ ਮਾਤਾ ਪਿਤਾ ਦੇ ਰਾਹੀਂ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਤੇ ਅਸੀਂ ਸਰੀਰਕ ਜੀਵਨ ਪ੍ਰਾਪਤ ਕਰਕੇ ਇਸ ਜਗਤ ਵਿੱਚ ਆਤਮਿਕ ਜੀਵਨ ਲੈਣ ਲਈ ਆਏ ਹਾਂ। ਇਹੀ ਕਾਰਨ ਕਿ ਸਰੀਰਕ ਜੀਵਨ ਸਾਰਿਆਂ ਕੋਲ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਧਰਮੀ ਹੈ, ਭਾਵੇਂ ਕੋਈ ਅਧਰਮੀ ਹੈ, ਭਾਵੇਂ ਕੋਈ ਸਤ ਸੰਗੀ ਹੈ ਤੇ ਭਾਵੇਂ ਕੋਈ ਕੁਸੰਗਤ ਵਿੱਚ ਜਾਂਦਾ ਹੈ, ਭਾਵੇਂ ਕੋਈ ਨਾਸਤਿਕ ਹੈ, ਭਾਵੇਂ ਕੋਈ ਆਸਤਿਕ ਹੈ। ਚਾਹੇ ਰੱਬ ਦੀਆਂ ਦਾਤਾਂ ਨੂੰ ਸਾਹਮਣੇ ਰੱਖ ਕੇ ਮਾਲਕ ਦਾ ਸ਼ੁਕਰਾਨਾ ਕਰਨ ਵਾਲਾ ਹੋਵੇ, ਤੇ ਜਿਹੜਾ ਬੇਸ਼ੁਕਰਾ ਹੈ ਸਰੀਰਕ ਜੀਵਨ ਉਹਦੇ ਕੋਲ ਵੀ ਹੈ, ਪਰ ਜੀਵਨ ਉਹਦਾ ਸਫਲ ਹੈ ਜਿਹਦੇ ਕੋਲ ਆਤਮਿਕ ਜੀਵਨ ਹੋਵੇਗਾ। ਤੇ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਨੁਕਤਾ ਸਮਝਾਇਆ ਸੀ ਕਿ ਆਤਮਿਕ ਜੀਵਨ ਵੀ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ, ਪਰ ਉਹ ਜੀਵਨ ਗੁਰੂ ਮਾਤਾ ਪਿਤਾ ਦੇ ਰਾਹੀਂ ਮਿਲਦਾ ਹੈ। ਇਸੇ ਕਰਕੇ ਗਰੀਬ ਨਵਾਜ ਜੀ ਨੇ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ।
ਮਾਂ ਦੀ ਕੁੱਖ ਤੋਂ ਸਾਡੀ ਸ਼ੁਰੂਆਤ ਹੋਈ ਹੈ ਤੇ ਸਾਡਾ ਸਾਰਿਆਂ ਦਾ ਅੰਤ ਧਰਤੀ ਦੀ ਕੁੱਖ ਹੈ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ, ਅੱਜ ਜਿਸ ਧਰਤੀ ਨੂੰ ਆਪਾਂ ਠੁੱਡੇ ਮਾਰ ਮਾਰ ਕੇ ਤੁਰਦੇ ਆ ਨਾ, ਬਾਬਾ ਫਰੀਦ ਜੀ ਸੁਚੇਤ ਕਰਦੇ ਨੇ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵੰਦਿਆਂ ਪੈਰਾਂ ਤਲੇ। ਜਿਹਨੂੰ ਤੂੰ ਜਿਉਂਦਿਆਂ ਜੀ ਆਪਣੇ ਪੈਰਾਂ ਥੱਲੇ ਰੱਖਿਆ ਨਾ, ਕਹਿਣ ਲੱਗੇ ਜਦੋਂ ਤੂੰ ਸੰਸਾਰ ਤੋਂ ਤੁਰ ਲੱਗਣਾ ਨਾ, ਇਹਨੇ ਤੇਰੇ ਉੱਪਰ ਹੋ ਜਾਣਾ। ਜੀਵੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਕਿਉਂਕਿ ਉਦੋਂ ਜਨਮ ਦੇਣ ਵਾਲੀ ਮਾਂ ਵੀ ਨਹੀਂ ਰੱਖ ਸਕਦੀ, ਉਦੋਂ ਧਰਤੀ ਮਾਂ ਕੁੱਖ ਖੋਲਦੀ ਹੈ ਵੀ ਆ ਜਾ, ਹੁਣ ਤੈਨੂੰ ਕਿਸੇ ਨੇ ਨਹੀਂ ਰੱਖਣਾ, ਹੁਣ ਤੇਰਾ ਪਰਦਾ ਮੈਂ ਆਪ ਕੱਢਾਂਗੀ। ਸਰੀਰਕ ਜੀਵਨ ਮਾਂ ਦੀ ਕੁੱਖ ਤੋਂ ਸ਼ੁਰੂ ਹੋਇਆ ਤੇ ਸਾਡਾ ਸਾਰਿਆਂ ਦਾ ਅੰਤ ਧਰਤੀ ਦੀ ਕੁੱਖ ਹੈ। ਪਰ ਜਿਸ ਦਿਨ ਗੁਰੂ ਦੀ ਸ਼ਬਦ ਰੂਪੀ ਕੁੱਖ ਵਿੱਚੋਂ ਸਾਡਾ ਜਨਮ ਹੋਵੇਗਾ, ਜਦੋਂ ਸ਼ਬਦ ਦੇ ਸਿਧਾਂਤ ਵਿੱਚੋਂ ਸਾਡਾ ਜਨਮ ਹੋਵੇਗਾ, ਜਦੋਂ ਖੰਡੇ ਦੀ ਪੌਲ ਵਿੱਚੋਂ ਸਾਡਾ ਜਨਮ ਹੋਵੇਗਾ, ਤੇ ਉਸ ਦਿਨ ਫਿਰ ਪਹਿਲਾ ਸਬਕ ਹੀ ਇਹ ਹੈ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਵੀ ਮਾਂ ਪਿਤਾ ਨੇ ਜਿੰਨੀ ਵਾਰ ਜਨਮ ਦਿੱਤਾ ਉਨੀ ਵਾਰ ਮਰਨਾ ਪਿਆ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਆਹੂ ਜੁਗਤ ਬਿਹਾਨੇ ਕਈ ਜਨਮ, ਹੁਣ ਤਾਂ ਅਰਦਾਸ ਕਰਨੀ ਹੈ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਤੇ ਜਿਸ ਦਿਨ ਸਤਿਗੁਰੂ ਦੇ ਘਰ ਜਨਮ ਹੋਵੇਗਾ, ਤੇ ਪੰਜ ਪਿਆਰੇ ਪਹਿਲਾ ਨੁਕਤਾ ਹੀ ਇਹ ਦ੍ਰਿੜ ਕਰਾਉਂਦੇ ਨੇ ਕਿ ਸਤਿਗੁਰ ਕੈ ਜਨਮੈ ਗਵਨ ਮਟਾਇਆ। ਵੀ ਹੁਣ ਭਾਵੇਂ ਤੁਹਾਡੇ ਸਰੀਰ ਦਾ ਅੰਤ ਧਰਤੀ ਦੀ ਕੁੱਖ ਹੈ, ਪਰ ਤੁਹਾਡੀ ਆਤਮਾ ਜਿਹੜੀ ਹੈ ਉਹ ਹੁਣ ਅਗਲਾ ਸਰੀਰ ਨਹੀਂ ਭਾਲੇਗੀ, ਉਹਦਾ ਟਿਕਾਣਾ ਹੁਣ ਪਰਮਾਤਮਾ ਦੀ ਹਜ਼ੂਰੀ ਹੋਵੇਗਾ। ਇਹ ਸਤਿਗੁਰੂ ਜੀ ਨੇ ਨੁਕਤਾ ਸਮਝਾਇਆ। ਗਰੀਬ ਨਵਾਜ ਜੀ ਨੇ ਦੂਜਾ ਜਿਹੜਾ ਪਰ ਉਪਕਾਰ ਹੈ ਉਹ ਇਹ ਕੀਤਾ ਕਿ ਉਸ ਇਲਾਕੇ ਦੇ ਵਿੱਚ ਇੱਕ ਗਰੀਬ ਘਰ ਦੀ ਮੁਸਲਮਾਨ ਔਰਤ, ਜਿਹੜੀ ਉਸ ਵੇਲੇ ਫੀਮੇਲ ਨਰਸ ਦੇ ਰੂਪ ਵਿੱਚ, ਜਿਹਨੂੰ ਆਪਾਂ ਦਾਈ ਕਹਿੰਦੇ ਆ, ਮੈਂ ਫੀਮੇਲ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜਦੋਂ ਵੀ ਕੋਈ ਨਰਸਿੰਗ ਪਾਸ ਕਰਦਾ ਤੇ ਉੱਥੇ ਉਹ ਲੜਕੇ ਵੀ ਹੁੰਦੇ ਨੇ, ਲੜਕੀਆਂ ਵੀ ਹੁੰਦੀਆਂ ਨੇ। ਸਤਿਗੁਰੂ ਜੀ ਨੇ ਵੀ ਸ਼ਬਦ ਵਰਤੇ ਨੇ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਾਈ ਦਾ ਮਤਲਬ ਫੀਮੇਲ ਨਰਸ ਤੇ ਦਾਇਆ ਦਾ ਮਤਲਬ ਮੇਲ ਨਰਸ। ਵੀ ਜਿਵੇਂ ਨਰਸਿੰਗ ਲੜਕੇ ਲੜਕੀਆਂ ਪਾਸ ਕਰਦੇ ਨੇ, ਭਾਵੇਂ ਕਿ ਆਪਾਂ ਨਰਸ ਸ਼ਬਦ ਦਾਈ ਵਾਸਤੇ ਜਾਂ ਕੇਵਲ ਲੜਕੀਆਂ ਵਾਸਤੇ ਵਰਤਦੇ ਹਾਂ, ਪਰ ਜਿਵੇਂ ਪਾਇਲਟ ਲੜਕੀ ਵੀ ਹੋ ਸਕਦੀ ਆ, ਲੜਕਾ ਵੀ ਹੈ। ਇਸੇ ਤਰ੍ਹਾਂ ਜਿਵੇਂ ਆਪਾਂ ਵੇਖਦੇ ਹਾਂ ਕਿ ਜਦੋਂ ਡਾਕਟਰ ਦੀ ਸਹਾਇਤਾ ਲਈ ਜਿਹੜੇ ਨਾਲ ਉਹਨਾਂ ਦੇ ਕੰਮ ਕਰਦੇ ਨੇ ਉਹ ਫੀਮੇਲ ਵੀ ਹੁੰਦੇ ਨੇ ਤੇ ਮੇਲ ਵੀ ਹੁੰਦੇ ਨੇ। ਹੁਣ ਜਦੋਂ ਦਾਈ ਦੌਲਤਾਂ, ਜਿਹਦਾ ਬੜੇ ਲੰਮੇ ਸਮੇਂ ਤੋਂ ਪਿਤਾ ਪੁਰਖੀ ਇਹੀ ਉਡੀਕ ਰਹਿੰਦੀ ਸੀ ਕਿ ਕਦੋਂ ਕਿਸੇ ਦੇ ਘਰ ਕੋਈ ਬੱਚਾ ਜਨਮ ਲਵੇ, ਤੇ ਜੱਚਾ ਬੱਚਾ ਦੀ ਸਹਾਇਤਾ ਵਾਸਤੇ ਇਹ ਦਾਈ ਦੌਲਤਾਂ ਪਹੁੰਚਦੀ ਸੀ, ਤੇ ਫਿਰ ਇਹਨੂੰ ਕਿਸੇ ਘਰ ਵਿੱਚੋਂ ਕੋਈ ਅੰਨ ਧਨ, ਕਿਸੇ ਘਰ ਵਿੱਚੋਂ ਕੋਈ ਲੀੜਾ ਕੱਪੜਾ ਜਾਂ ਹੋਰ ਬਹੁਤ ਸਾਰੇ ਜਿਹੜੇ ਇਹਦੇ ਸ਼ੁਕਰਾਨੇ ਵਜੋਂ ਜਾਂ ਇਹਦੀ ਮਿਹਨਤ ਜਿਹੜੀ ਸੀ ਉਹਨੂੰ ਵੇਖਦਿਆਂ ਧਨ ਆਦਿਕ ਦੇ ਕੇ ਨਵਾਜਿਆ ਜਾਂਦਾ ਸੀ। ਨਾਮ ਦੌਲਤਾਂ ਸੀ, ਪਰ ਸਦਾ ਵਿਚਾਰੀ ਥੋੜੀ ਰਹਿੰਦੀ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤੇ ਦਾਈ ਦੌਲਤਾਂ ਨੂੰ ਇੰਜ ਲੱਗਾ ਜਿਵੇਂ ਕਿਤੇ ਮੈਨੂੰ ਕੋਈ ਰੂਹਾਨੀ ਦੌਲਤ ਮਿਲੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਦੀ ਧਰਤੀ ਤੇ ਗਏ ਨਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਵਾਜ ਕਰ, ਸੁਨ ਸਮਾਨ ਹੁਆ ਜਹਾਨਾ। ਉਥੋਂ ਦੇ ਪੀਰ ਦਸਤਗੀਰ ਨੂੰ ਸਤਿਗੁਰੂ ਜੀ ਨੇ ਪਤਾਲਾਂ ਪਤਾਲ, ਲੱਖ ਅਗਾਸਾਂ ਅਗਾਸ ਦਾ ਗਿਆਨ ਕਰਵਾਇਆ ਸੀ। ਸਤਿਗੁਰੂ ਜੀ ਕੋਲ ਦਲੀਲ ਸੀ ਨਾ। ਸਭ ਕਹਿੰਦੇ ਵੀ ਜੇ ਹਿੰਦੂ ਮਤ ਦੇ ਮੁਤਾਬਕ ਆਪਾਂ ਕਹੀਏ ਵੀ ਧਰਤੀ ਇੱਕ ਹੈ, ਉਹ ਕਹਿੰਦੇ ਨੇ ਧਰਤੀ ਨੂੰ ਸ਼ੇਸ਼ ਨਾਗ ਨੇ ਜਾਂ ਬਲਦ ਨੇ ਚੁੱਕਿਆ, ਤੇ ਸਾਡਾ ਤਰਕ ਇਹ ਹੈ
कि वो शेष नाग जां बलद किहदे ते खड़ा है। कहंदे जी धरती ते सतगुरु कहंदे फिर धरती एक ते ना होई, फिर उस धरती नूं किन्ने चुक्या जी? ओनू बलद ने जां शेष नाग ने। फिर वो बलद जां शेष नाग किते खड़ा जी? धरती ते। सतगुरु कहंदे तुरे चलो धरती होर परै होर होर, तिस ते भार तलै कवन जोर। भी अखीर नूं ते तुसीं जाके मनना ही आ भी परमात्मा दे आसरे ते धरती खड़ी आ, ते पहला ही मान लो। गुरु नानक साहब जी ने सिक्ख्या दित्ती सी, धौल धर्म दया का पूत। असल विच धर्म निजम है, जिहदे आसरे समुचा ब्रह्मंड टिकिया होया। जिवें बिन थम्मा गगन रहाया, आकाश थल्ले कोई शेष नाग नहीं है, कोई बलद नहीं है, कोई थम नहीं है, कोई कंधा नहीं है। जिस निजम दे विच आकाश टिकिया, उसे निजम दे विच धरती टिकी है। ये कोई गऊ दा जाया बलद नहीं, असल विच वो धौल रूपी बलद, वो धर्म रूपी बलद है, जिहदे सहारे धरती खड़ोती है। जदों गुरु नानक साहब जी ने इस्लामक बोली मुताबक को 7 धरतियां 7 आकाश 14 भवन मानते सन, ते सतगुरु जी ने ज्ञान करवाया पातालां पाताल लख आगासां आगास। पीर दस्तगीर नाल जदों सतगुरु जी ने विचार कीती ते ओ धरती बगदाद जिथे गुरु नानक साहब जी ने ये उपदेश बख्शिश कीता सी। पटियाला यूनीवर्सिटी दे एक प्रोफैसर ने, उन्हां दा मैं लैक्चर सुनिया। वो कहंदे मैं अक्सर इन्हां देशां विच विजिट करन लई जांदा सी, ते जदों मैं बगदाद दी धरती ते गया ते मैं उस स्थान ते गया जिथे गुरु नानक साहब जी दी याद विच उन्हां ने एक सिल लाई हुई है। ते कहंदे उहदे उपर पता की लिखिया होया? दौलते दरवाजा। वो रूहानी दौलत दा दरवाजा मानदे ने गुरु नानक साहब ने। वेखो दाई दौलतां तो रूहानी सफर शुरू होया ते बगदाद दी धरती ते उन्हां ने भी ये समझिया भी गुरु नानक साहब रूहानी दौलत दा दरवाजा ने, जिन्हों आपां रब्बी धन रब्बी नाम धन कहने। दाई दौलतां बड़ी अचरज हुई। जे पिता जी ने पुछया, पंडित हरदयाल जी ने पुछया, इन्हें सारियां नूं दस्सिया। कहण लगी इन्हां हत्थां विच पता नहीं किन्नियां क बच्चियां ने जन्म लिया, पर सच ये वे कि हर बच्चे की शुरुआत रोण तो हुई है। बस रोण तो शुरुआत हुंदी ते बंदा सारी उम्र रोंदा ही रहिंदा है ते रोंदा ही संसार तो तुर जांदा है। कहंदी है ते मैं पहली बार वेख्या कि इस बालक ने हसदियां संसार विच प्रगट होना कीता है। बड़े जिवें कोई वड्डा मनुख किसे नूं कोई शब्द कह के गलबात कह के मिलदा है। कहंदे मैनूं तां इंज लग रहा सी भी जिवें ये मैनूं कोई उपदेश बख्शिश कर रहे ने। दाई दौलतां ने कहा सी बहु शिष जन्मे मम कर माही, जे अचरज कब लखियो नाही। दीर्घ नर ज्यों बिगस मिले हैं, त्यों इन कीने शब्द भले हैं। सतगुरु गरीब नवाज जी ने तीसरी कृपा की। राय भोए दी तलवंडी जिसनों ननकाना साहब आपां कहने आ, जदों छोटे छोटे बालकां दे नाल सतगुरु जी उस धरती ते खेडदे ते सतगुरु जी नाल उपदेश दिंदे कि खेड विच विरोधी टीम दा होना बड़ा जरूरी है। जे विरोधी टीम ना होवे ते खेड दा कोई रस नहीं बनदा। दूसरी गल कि खेड कोई भी खेडनी होवे ओदे लई चाह चाहीदा। जे चाहो नहीं है तुसी खिडारी नूं भेज दिओ, वो खेडेगा ही नहीं। और सतगुरां पावन बाणी विच भी बचन कहे, जो तो प्रेम खेलन का चाओ, सिर धर तली गली मेरी आओ। गरीब नवाज कहन लगे भी जिवें अजोके समय भी आपां वेखदे हां कोई पिंड लैवल ते खेडदा, फिर डिस्ट्रिक्ट लैवल ते स्टेट लैवल ते एक दिन मनुख नैशनल तौर ते इंटरनैशनल तौर ते फाइनल तक खेडण जांदा है। सतगुरु जी ने नुकता समझाया सी कि असीं वख-वख जूनां दे विच खेडदियां हुण आ फाइनल दी खेड खेडण आए आ ते आ जिहड़ी फाइनल दी खेड है ना, ये हार ना जाओ।
ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਕਿਉਂਕਿ ਜੇ ਹਾਰ ਗਏ ਤੇ ਹਾਰੇ ਹੋਏ ਦਾ ਕੋਈ ਸਤਿਕਾਰ ਨਹੀਂ ਕਰਦਾ। ਅੱਜ ਤੱਕ ਅਸੀਂ ਵੇਖਿਆ ਵੀ ਕਿਸੇ ਨੇ ਹਾਰੀ ਹੋਈ ਟੀਮ ਨੂੰ ਕੋਈ ਸਨਮਾਨ ਦਿੱਤਾ ਹੋਵੇ, ਗਲ ਵਿੱਚ ਹਾਰ ਪਾਏ ਹੋਣ। ਜਿਹੜੇ ਬੰਦੇ ਹਾਰ ਜਾਂਦੇ ਨੇ ਜਾਂ ਜਿਹੜੇ ਵਿਰੋਧੀ ਟੀਮ ਨਾਲ ਸਮਝੌਤਾ ਕਰ ਲੈਂਦੇ ਨੇ, ਮਿੱਥ ਕੇ ਫਿਕਸ ਕਰਕੇ ਮੈਚ ਖੇਡਦੇ ਨੇ, ਉਹਨਾਂ ਤੇ ਦੇਸ਼ ਧਰੋਈ ਦੇ ਪਰਚੇ ਹੁੰਦੇ ਨੇ। ਤੇ ਸਾਹਿਬ ਕਹਿੰਦੇ ਜਿਹੜਾ ਮਨੁੱਖ ਇਹ ਖੇਡ ਖੇਡਣ ਵਾਸਤੇ ਆਇਆ ਤੇ ਉਹ ਜੋ ਕੁਝ ਇਹਦਾ ਵਿਰੋਧੀ ਹੈ ਉਹਦੇ ਨਾਲ ਇਹ ਸਮਝੌਤਾ ਕਰ ਲਵੇ, ਚਾਹੇ ਉਹ ਪਤਤ ਪੁਣਾ ਹੈ, ਚਾਹੇ ਉਹ ਨਸ਼ੇ ਨੇ, ਚਾਹੇ ਉਹ ਵਿਕਾਰ ਨੇ, ਬੁਰਾਈਆਂ ਨੇ, ਔਗਣ ਨੇ, ਸਮਝ ਲੈਣਾ ਮਨੁੱਖ ਦੇ ਮੋਢੇ ਉਹਨੇ ਲਾ ਦਿੱਤੇ ਨੇ ਤੇ ਮਨੁੱਖ ਹਾਰ ਗਿਆ। ਸਤਿਗੁਰੂ ਜੀ ਨੇ ਇੱਕ ਨੁਕਤਾ ਸਮਝਾਇਆ ਸੀ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਮਨੁੱਖਾ ਜੀਵਨ ਦੀ ਖੇਡ ਹਾਰਿਓ ਨਾ, ਨਹੀਂ ਤੇ ਫਿਰ ਤੋਂ ਖੇਡਣੀ ਪਵੇਗੀ। ਤੇ ਜੇ ਜਿੱਤ ਕੇ ਜਾਓਗੇ ਤੇ ਫਿਰ ਉੱਚਾ ਦਮਾਲਾ ਕਰਕੇ ਆਖੋਗੇ, ਹਉ ਬਹੁੜ ਸਿੰਜ ਨਾ ਨੱਚੂ। ਮੈਂ ਕਿਉਂ ਵਾਰ-ਵਾਰ ਇਸ ਅਖਾੜੇ ਵਿੱਚ, ਵਾਰ-ਵਾਰ ਇਸ ਸਿੰਜ ਵਿੱਚ, ਵਾਰ-ਵਾਰ ਇਸ ਜਗਤ ਵਿੱਚ ਖੇਡਣ ਵਾਸਤੇ ਆਵਾਂਗਾ? ਕਿਉਂਕਿ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ। ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਆਪਣਾ ਦਮਾਲਾ ਉੱਚਾ ਕਰ ਲਿਆ, ਜਿੱਤ ਦਾ ਪ੍ਰਤੀਕ ਹੈ। ਛੋਟੇ ਛੋਟੇ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਜੀਵਨ ਖੇਡ ਹੈ ਤੇ ਇਸ ਜੀਵਨ ਦੀ ਖੇਡ ਵਿੱਚ ਕਈ ਹਾਰ ਜਾਂਦੇ ਨੇ ਤੇ ਜਿਹੜੇ ਜਿੱਤ ਕੇ ਜਾਂਦੇ ਨੇ ਸੱਚਮੁੱਚ ਫਿਰ ਮਾਲਕ ਦੀ ਹਜ਼ੂਰੀ ਵਿੱਚ ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਪਿਤਾ ਜੀ ਨੇ ਜਦੋਂ ਆਪਣੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਜਾਂ ਜਿਹੜੇ ਉਹਨਾਂ ਦੇ ਸਨੇਹੀ ਸਨ, ਕਿਉਂਕਿ ਪਿਤਾ ਜੀ ਪਟਵਾਰੀਆਂ ਦੇ ਇੰਚਾਰਜ ਸਨ, ਮਹਿਤਾ ਡਿਗਰੀ ਸੀ ਉਹਨਾਂ ਦੇ ਕੋਲ, ਤੇ ਅੱਜ ਵਿਦਵਾਨਾਂ ਨੇ ਖੋਜ ਕਰਕੇ ਇਹ ਲਿਖਿਆ ਵੀ ਜਿਹੜਾ ਪਿਤਾ ਕਾਲੂ ਜੀ ਦੇ ਕੋਲ ਪਟਵਾਰੀਆਂ ਦੇ ਇੰਚਾਰਜ ਦਾ ਅਹੁਦਾ ਸੀ, ਮਹਿਤਾ ਕਲਿਆਣ ਦਾਸ ਉਹਨਾਂ ਦਾ ਨਾਮ ਹੈ ਤੇ ਮਹਿਤਾ ਉਹਨਾਂ ਦਾ ਅਹੁਦਾ ਸੀ। ਇਹ ਰਾਏ ਬੁਲਾਰ ਖਾਨ ਦੀ ਹਕੂਮਤ ਦੇ ਵਿੱਚ ਇੱਕ ਕੈਬਨਿਟ ਦਾ ਅਹੁਦਾ ਸੀ। ਬੜਾ ਅਸਰ ਰਸੂਖ ਸੀ ਪਿਤਾ ਕਾਲੂ ਜੀ ਦਾ ਸਰਕਾਰੇ ਦਰਬਾਰੇ। ਰਾਏ ਬੁਲਾਰ ਖਾਨ, ਦੌਲਤ ਖਾਨ ਲੋਧੀ, ਉਧਰ ਪਟਵਾਰੀਆਂ ਦਾ ਘਰਾਣਾ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਣਾ, ਇਹ ਪਿਤਾ ਕਾਲੂ ਜੀ ਦੀ ਪ੍ਰਸਿੱਧੀ ਦਾ ਪ੍ਰਤੱਖ ਪ੍ਰਮਾਣ ਹੈ ਕਿ ਉਹ ਪਟਵਾਰੀਆਂ ਦੇ ਇੰਚਾਰਜ ਸਨ। ਹਾਂ, ਇਹ ਜ਼ਰੂਰ ਚਾਹੁੰਦੇ ਸਨ ਕਿ ਜੋ ਅਸੀਂ ਚਾਹੁੰਦੇ ਹਾਂ ਸਾਡਾ ਪੁੱਤਰ ਨਾਨਕ ਉਹ ਕਰੇ, ਪਰ ਕੋਈ ਲਾਲਚ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦਾ ਸੰਸਾਰ ਦੇ ਵਿੱਚ ਹੋਰ ਐਬ ਨਹੀਂ ਸੀ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਉਪਦੇਸ਼ ਦਿੰਦੇ ਨੇ, ਧਨ ਦੌਲਤ ਨੂੰ ਵੇਖ ਕੇ ਆਖਦੇ ਨੇ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਜੇ ਪਿਤਾ ਜੀ 20 ਰੁਪਏ ਦਿੰਦੇ ਨੇ ਤੇ ਪਿਤਾ ਜੀ ਦੇ ਸੁਭਾਅ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਸੀ ਵੀ ਇਹ ਜਿਹੜੇ ਧਨ ਦੌਲਤ ਮੇਰੀ ਹੱਥ ਦੀ ਹਥੇਲੀ ਤੇ ਨਾ ਰੱਖਿਆ ਨਾ, ਇਹ ਇਹਨਾਂ ਦੀ ਧਰਮ ਦੀ ਕਿਰਤ ਹੈ। ਕਿਤੇ ਇਤਿਹਾਸ ਵਿੱਚ ਇਹ ਜ਼ਿਕਰ ਨਹੀਂ ਆਵੇਗਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਕਾਲੂ ਜੀ ਨੂੰ ਕਿਹਾ ਹੋਵੇ ਵੀ ਹੱਕ ਦੀ ਕਮਾਈ ਲਿਆਉਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਪਤਾ ਸੀ ਪਿਤਾ ਜੀ ਬਿਲਕੁਲ ਹੱਕ ਦੀ ਕਮਾਈ ਘਰ ਵਿੱਚ ਲਿਆਉਂਦੇ ਨੇ। ਜਦੋਂ ਪਿਤਾ ਜੀ ਨੇ ਆਪਣੇ ਸਮਾਜ ਦੀ ਰਹੁ ਰੀਤੀ ਦੇ ਮੁਤਾਬਕ ਪੰਡਤ ਹਰਜਾਲ ਜੀ ਨੂੰ ਸੱਦਿਆ, ਜਨੇਊ ਪਾਉਣ ਦੀ ਜਿਹੜੀ ਰਸਮ ਸੀ ਅਦਾ ਹੋਣੀ ਸੀ, ਸਾਰੀ ਤਿਆਰੀ ਹੋ ਚੁੱਕੀ ਹੈ, ਘਰ ਵਿੱਚ ਸਾਰੇ ਰਿਸ਼ਤੇਦਾਰ ਸਨੇਹੀ ਸੱਜਣ ਜੁੜ ਬੈਠੇ ਨੇ। ਜਦੋਂ ਪੰਡਤ ਜੀ ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਜਨੇਊ ਪਾਉਣ ਲਈ ਅੱਗੇ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸ਼ਨ ਕਰ ਦਿੱਤਾ, ਪੰਡਤ ਜੀ ਇਹ ਜਨੇਊ ਕਿਉਂ ਪਾਉਣਾ ਚਾਹੀਦਾ? ਪੰਡਤ ਜੀ ਕਹਿਣ ਲੱਗੇ, ਜਨੇਊ ਪਾ ਕੇ ਹੀ ਮਨੁੱਖ ਧਰਮੀ ਬਣ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਿਰ ਤਾਂ ਸਾਡੇ ਘਰ ਵਿੱਚ ਮੇਰੇ ਤੋਂ ਵੱਡੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਨੇ, ਉਹਨਾਂ ਦੇ ਗਲ ਵਿੱਚ ਮੈਂ ਜਨੇਊ ਨਹੀਂ ਵੇਖਿਆ, ਤੇ ਜੇ ਮੇਰੀ ਭੈਣ ਧਰਮੀ ਨਹੀਂ ਬਣੀ ਤੇ ਤੁਸੀਂ ਪਹਿਲਾਂ ਮੈਨੂੰ ਧਰਮੀ ਕਿਉਂ ਬਣਾਉਣ ਲੱਗੇ ਹੋ? ਫਿਰ ਉਹਨਾਂ ਤੋਂ ਵੱਡੇ ਮੇਰੇ ਮਾਤਾ ਜੀ ਨੇ,
ਉਹਨਾਂ ਨੂੰ ਮੈਂ ਕਦੇ ਨਹੀਂ ਵੇਖਿਆ ਕਿ ਉਹਨਾਂ ਜਨੇਊ ਪਾਇਆ ਹੋਵੇ। ਪੰਡਤ ਜੀ ਕਹਿਣ ਲੱਗੇ ਕਿ ਜਨੇਊ ਔਰਤ ਨਹੀਂ ਪਹਿਨ ਸਕਦੀ, ਔਰਤ ਹਿੰਦੂ ਧਰਮ ਦੇ ਮੁਤਾਬਕ ਧਰਮੀ ਨਹੀਂ ਬਣ ਸਕਦੀ, ਕਿਉਂਕਿ ਇਹ ਹੋ ਰਿਹਾ ਸੀ ਸੰਸਾਰ ਅੰਦਰ। ਪੀਰ ਪੈਗੰਬਰ ਕਹਿ ਰਹੇ ਸਨ ਕਿ ਜਿਹੜੀ ਔਰਤ ਹੈ ਉਹ ਪੁਰਸ਼ ਦਾ ਜਾਮਾ ਲੈ ਕੇ ਆਵੇਗੀ ਤੇ ਫਿਰ ਮੁਕਤ ਹੋਵੇਗੀ। ਇਸੇ ਤਰ੍ਹਾਂ ਤੁਲਸੀਦਾਸ ਵਰਗਿਆਂ ਲਿਖਿਆ, ਪਸ਼ੂ ਢੋਰ ਗਵਾਰ ਸ਼ੂਦਰ ਨਾਰੀ ਇਹ ਪੰਚੋਂ ਤਾੜਨ ਕੀ ਅਧਿਕਾਰੀ। ਜਦੋਂ ਪੁੱਛਿਆ ਵੀ ਆਉਣ ਵਾਲੇ ਸਮੇਂ ਵਿੱਚ ਮੇਰੇ ਜਿਹੜੇ ਸਾਥੀ ਨੇ ਉਹ ਗਰੀਬ ਘਰਾਣਿਆਂ ਨਾਲ ਸੰਬੰਧਿਤ ਹੋਣੇ ਨੇ, ਪਰ ਮੈਂ ਉਹਨਾਂ ਦੇ ਗਲਾਂ ਵਿੱਚ ਵੀ ਇਹ ਜਨੇਊ ਨਹੀਂ ਵੇਖਿਆ, ਤੇ ਪੰਡਤ ਹਰਦਿਆਲ ਜੀ ਕਹਿਣ ਲੱਗੇ ਜਨੇਊ ਗਰੀਬ ਵੀ ਨਹੀਂ ਪਹਿਨ ਸਕਦਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਹਿਲਾਂ ਤੇ ਤੇਰੇ ਇਸ ਜਨੇਊ ਨੇ ਮੇਰੇ ਘਰ ਵਿੱਚ ਵਿਤਕਰਾ ਖੜਾ ਕੀਤਾ ਵੀ ਮੈਂ ਜਨੇਊ ਪਹਿਨਾ ਪਰ ਮੇਰੀ ਮਾਤਾ ਮੇਰੀ ਭੈਣ ਜਨੇਊ ਨਹੀਂ ਪਹਿਨ ਸਕਦੀ। ਇਹ ਵਿਤਕਰਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਪਰ ਜਿਹੜਾ ਆ ਵਿਤਕਰਾ ਤੂੰ ਪਾ ਦਿੱਤਾ ਨਾ ਪਰਮੇਸ਼ਰ ਦੇ ਘਰ, ਵੀ ਜਿਹੜੇ ਗਰੀਬ ਨੇ ਸ਼ੂਦਰ ਨੇ ਉਹ ਜਨੇਊ ਨਹੀਂ ਪਹਿਨ ਸਕਦੇ, ਸਾਹਿਬ ਕਹਿਣ ਲੱਗੇ ਫਿਰ ਮੈਂ ਇਹ ਜਨੇਊ ਨਹੀਂ ਪਹਿਨਾਂਗਾ। ਅਗਰ ਤੁਹਾਡੇ ਕੋਲ ਉਹ ਜਨੇਊ ਹੈ ਜਿਹਨੂੰ ਪਾ ਕੇ ਸਮੁੱਚੀ ਕਾਇਨਾਤ ਇੱਕ ਹੋ ਜਾਵੇ ਤੇ ਪੰਡਤ ਜੀ ਲਿਆਓ। ਤੇ ਪੰਡਤ ਜੀ ਕਹਿਣ ਲੱਗੇ ਉਹ ਜਨੇਊ ਕਿਹੋ ਜਿਹਾ ਹੋਵੇ? ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ। ਕਹਿਣ ਲੱਗੇ ਜੀ ਆਹ ਜਨੇਊ ਹੈ ਤੇ ਲੈ ਕੇ ਆ, ਪਰ ਉਹ ਲਿਆਉਣਾ ਕਿੱਥੋਂ ਸੀ? ਉਸ ਤੋਂ ਬਾਅਦ ਫਿਰ ਪਿਤਾ ਜੀ ਨੇ ਸੋਚਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਦੁਨਿਆਵੀ ਵਿਦਿਆ ਪੜ੍ਹਾਉਣ ਵਾਸਤੇ ਪਾਂਧਾ ਗੋਪਾਲ ਜੀ ਜਿਹੜੇ ਅਧਿਆਪਕ ਸਨ ਉਹਨਾਂ ਦੇ ਕੋਲ ਭੇਜਿਆ ਜਾਵੇ। ਪਿਤਾ ਜੀ ਦੇ ਨਾਲ ਪਿਤਾ ਜੀ ਦਾ ਹੁਕਮ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਦਾਸ ਨਨਕਾਣਾ ਸਾਹਿਬ ਦਰਸ਼ਨ ਕਰਕੇ ਆਇਆ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਾਂਧੇ ਦੇ ਕੋਲ ਪਿਤਾ ਜੀ ਨੇ ਪੜ੍ਹਨ ਵਾਸਤੇ ਭੇਜਿਆ ਸੀ। ਜਦੋਂ ਪਾਂਧਾ ਗੋਪਾਲ ਜੀ ਉਪਦੇਸ਼ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਫੱਟੀ ਤੇ ਲਿਖਦੇ ਨੇ। ਇੱਕ ਦਿਨ ਬੜੀ ਇਕਾਗਰਤਾ ਦੇ ਵਿੱਚ ਪਾਂਧਾ ਗੋਪਾਲ ਜੀ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਨ ਕੀਤਾ, ਕਹਿਣ ਲੱਗੇ ਤੁਸੀਂ 35 ਅੱਖਰ ਸਾਨੂੰ ਲਿਖਾਉਂਦੇ ਹੋ। ਉਦੋਂ ਇਹ ਜਿਹੜੀ 35 ਸੀ ਉਹ ਸੱਸੇ ਅੱਖਰ ਤੋਂ ਸ਼ੁਰੂ ਹੁੰਦੀ ਸੀ। ਗੁਰੂ ਅੰਗਦ ਦੇਵ ਜੀ ਨੇ ਫਿਰ ਇਹਨੂੰ ਤਰਤੀਬ ਦੇ ਕੇ ਊੜੇ ਤੋਂ ਸ਼ੁਰੂ ਕੀਤਾ। ਇਹੀ ਕਾਰਨ ਕਿ ਜਿਹੜਾ ਆਸਾ ਮਹੱਲਾ ਪਹਿਲਾ ਪੱਟੀ ਉਹ ਸੱਸੇ ਤੋਂ ਸ਼ੁਰੂ ਹੁੰਦੀ ਹੈ, ਤੇ ਜਿਹੜੀ ਬਾਅਦ ਵਿੱਚ ਫਿਰ ਆਸਾ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦੀ ਪੱਟੀ ਹੈ ਉਹ ਊੜੇ ਤੋਂ ਸ਼ੁਰੂ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਸ਼ਨ ਕੀਤਾ, ਕਹਿਣ ਲੱਗੇ ਆ ਜਿਹੜੇ 35 ਅੱਖਰ ਤੁਸੀਂ ਸਾਨੂੰ ਲਿਖਾਉਂਦੇ ਹੋ ਇਹਦੇ ਅਰਥ ਕੀ ਨੇ? ਤੇ ਪਾਂਧਾ ਜੀ ਨੇ ਟਾਲ ਦਿੱਤਾ, ਕਹਿਣ ਲੱਗੇ ਇੱਕ ਅੱਖਰ ਦਾ ਕੀ ਅਰਥ ਬਣਨਾ, ਉਹਦੇ ਨਾਲ ਹੋਰ ਅੱਖਰ ਜੋੜਨ, ਪੂਰਾ ਸੈਂਟੈਂਸ ਫਿਕਰਾ ਬਣੇ, ਪੂਰੀ ਤੁਕ ਬਣੇ ਤੇ ਫਿਰ ਉਹਦੇ ਅਰਥ ਹੋਣਗੇ। ਤੇ ਸਤਿਗੁਰੂ ਕਹਿਣ ਲੱਗੇ ਪਾਂਧਾ ਜੀ ਫਿਰ ਆਪਣੀ ਰਾਸ ਨਹੀਂ ਰਲਣੀ ਵੀ ਤੁਸੀਂ ਕਹਿੰਦੇ ਹੋ ਇੱਕ ਦੇ ਅਰਥ ਹੀ ਕੋਈ ਨਹੀਂ, ਤੇ ਮੈਂ ਤਾਂ ਇੱਕ ਦੇ ਅਰਥ ਪੜ੍ਹਨ ਲਈ ਤੇ ਪੜ੍ਹਾਉਣ ਲਈ ਆਇਆ ਹਾਂ। ਓਮ ਅੱਲਾ ਪਹਿਲਾਂ ਵੀ ਸੀ ਪਰ ਉਹਦੇ ਅੱਗੇ ਇੱਕ ਨਹੀਂ ਸੀ। ਸਾਹਿਬ ਕਹਿੰਦੇ ਏਕਾ ਹਟਾ ਦਈਏ ਨਾ ਤੇ ਹਜ਼ਾਰਾਂ ਸਿਫਰਾਂ ਸਿਫਰਾਂ ਹੀ ਰਹਿੰਦੀਆਂ ਨੇ। ਏਕਾ ਲੱਗੇਗਾ ਤੇ 10 ਗੁਣਾ 100 ਗੁਣਾ 1000 ਗੁਣਾ ਜਿੱਥੇ ਤੱਕ ਵੀ ਗਿਣਤੀ ਇੱਕ ਕਰਕੇ ਹੈ। ਸਾਹਿਬ ਕਹਿਣ ਲੱਗੇ ਅਸੀਂ ਇੱਕ ਦਾ ਉਪਦੇਸ਼ ਦੇਣ ਆਏ ਆ, ਇੱਕ ਓੰਕਾਰ। ਤੁਸੀਂ ਕਹਿੰਦੇ ਹੋ ਸੱਸੇ ਅੱਖਰ ਦਾ ਅਰਥ ਕੋਈ ਨਹੀਂ, ਪਰ ਮੈਨੂੰ ਤਾਂ ਇਲਹਾਮ ਹੋ ਰਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਮੇਰੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਵੀ ਸੱਸਾ ਅੱਖਰ ਬੜੀ ਵੱਡੀ ਸਿੱਖਿਆ ਦਿੰਦਾ ਹੈ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਊੜਾ ਉਪਮਾ ਤਾਂਕੀ ਕੀਜੈ ਜਾਂਕਾ ਅੰਤ ਨ ਪਾਇਆ। ਈਵੜੀ ਆਦ ਪੁਰਖ ਹੈ ਦਾਤਾ। ਤੇ ਜਦੋਂ ਪਾਂਧਾ ਗੋਪਾਲ ਜੀ ਕਹਿਣ ਲੱਗੇ ਜੀ ਇਹਦੇ ਵਿੱਚ ਮੇਰਾ ਦੋਸ਼ ਕੀ ਹੈ? ਸਤਿਗੁਰੂ ਕਹਿਣ ਲੱਗੇ ਵੀ ਅਧਿਆਪਕ ਹੋ ਕੇ ਸਹੀ ਸਬਕ ਨਾ ਪੜਾਉਣਾ ਇਹ ਦੋਸ਼ ਤਾਂ ਲੱਗਦਾ ਹੀ ਹੈ ਨਾ। ਫਿਰ ਤੇ ਦੱਦੇ ਅੱਖਰ ਰਾਹੀਂ ਇਹ ਸਿੱਖਿਆ ਦਿੱਤੀ
कि दद्दै दोष न दियो किसै दोष करमा अपनिया, जो मैं किया सो मैं पाया, दोष न दीजै अवर जना। सतगुरु गुरु नानक साहब जी पांधा जी नूं बड़े प्यार सत्कार सहित ये कहन लगे, पांधा जी भी अज तक जिन्ने भी लेख तुसीं लिखाए ने, असीं लिखे ने, कदे जिंदगी विच वो भी लेख लिखाओ जिन्नू लिखण नाल लेखा ही निबड़ जे। हुण पांधा जी बड़े हैरान होए भी वो लेख किहड़ा है जिहदे नाल लेखा निबड़दा। उन्हां ने फिर टाल दिता, कहण लगे उहदे लई कलम किहड़ी है, स्याही किहड़ी है, कागज किहड़ा है, पुछ के किन्नू लिखांगे, लिखारी कौन है। ते गुरु नानक साहब कहण लगे भी पांधा जी तैयार होवो, ये प्रबंध सारा कर लवांगे। जदों पांधा जी तैयार होए ते गुरु नानक साहब जी ने उपदेश बख्शिश कीता, श्री राग महल पहला। साहब जी ने बचन कहे, जाल मोह घस मस कर, मत कागद कर सार, भाओ कलम कर चित लिखारी, गुर पुछ लिख विचार, लिख नाम सलाह लिख, लिख अंत ना पारावार, बाबा ये लेखा लिख जान, जिथे लेखा मंगीए तिथे होए सच्चा निशान। कहंदे आ जे लेख लिख लईए ना ते जिथे लेखा मंगिया जाना है, उथे इन्ने सच्चा निशान बन के, सच्ची राहदारी बन के साडी अगवाई करनी है, उथे लेखा निबड़ जाना है। ते जे भरावा लेखा ही ना निबड़िया, तू लेखे विचों बाहर ही ना आ सकिया, ते फिर की पढ़िया की पढ़ाया। ब्रह्मदास नूं भी यही सिक्ख्या दित्ती सी, पढ़ पढ़ गड्डी लद्दियां, पढ़ पढ़ भरियां साथ, पढ़ पढ़ बेड़ी पाईयां, पढ़ पढ़ गड्डियां खात, नानक लेख्या एक गल होर हौमै झखना चाक। तो ब्रह्मदास ते इन्नी किरपा हुई भी ओदी कुल विच अगे पैदा होया पंडित किरपा राम। ते जदों औरंगजेब हिंदू धर्म ते जुल्म कर रहा सी, ते उस वेले लोड़ सी कि लखां सुहाग रोज उजड़दे सन, उन्हां नूं किवें बचाया जावे। पर पंडित किरपा राम ने ये ऐलान नहीं किया भी वर्त रखो, वर्त रखण नाल सुहाग बचणगे। उन्हां इक्को काम कीता, आनंदपुर साहब आए, आके गुरु तेग बहादुर साहब नूं बेनती कीती, मां गुजरी दे अगे तरला लिया कि हुण तां इक्को ही तरीका है भी तुहाडा सुहाग कुर्बान होवे ते साडियां लखां बहु बेटियां दे सुहाग बचणगे। एक धार्मिक आगू सिर कटाए ते लखां सिर बचणगे। ये बड़ी वड्डी सिक्ख्या जे भी जे किते वर्त रखिया सुहाग बचदे हुंदे ते पंडित किरपा राम कश्मीर तो फरमान जारी कर दिंदा भी बीबियां वर्त रखण। औरंगजेब जी की जरूरत है भी सुहाग उजाड़ दे, पर इदां भुखे रहिया वर्त रखिया कदे सुहाग नहीं जी बचदे। सुहाग उदों बचे जदों गुरु तेग बहादुर साहब ने अपना सीस कटवाया सी, सिर कटाउणे पैंदे ने। सतगुरु गुरु नानक साहब पांधा गोपाल जी नूं ये सिक्ख्या दे के करतार्थ करदे ने। उस तो बाद फारसी, अरबी, उर्दू ये इलम पढ़ाउण वास्ते पिता जी ने मौलवी जी दे कोल मदरसे विच लिजाणा कीता कि जिवें असीं पटवारी हां, साडा पुत्तर भी पटवारी लगे। ते जदों मौलवी जी उपदेश दिंदे ते सतगुरु जी पुछदे भी अल्फ दा अर्थ की है, ते मौलवी जी भी कहण लगे भी अल्फ दा अपने आप विच की अर्थ होना है, होर अगे बेआदक इहदे नाल अखर जुड़नगे ते फिर इहदा कोई अर्थ बनना है। सतगुरु कहण लगे नहीं, अल्फ तां अपने आप विच अल्लाह नूं समोई बैठा है। जदों एक दी गल कीती ना सतगुरु गुरु नानक साहब ने, एक दा मतलब सी ओ एको है भाई, एको है साहिब मेरा, एको है। जदों मोदी खाने सतगुरु जी सौदा तोल के ते आवाज दिंदे सन, एक है एक है एक है एक है एक है, ते ऐसी रब्बी वजद विच एक एक कह के जुड़दे। जिन्हां ने सानू भी उपदेश दिता, एको है भाई, एको है साहिब मेरा, एको है। सबना जियां का एक दाता, सो मैं विसर ना जाई। ते फिर लख दाता ते सानू चाहिदा नहीं, क्योंकि सबना जियां का एक दाता। हुण किड्डा वड्डा इनकलाब है।
सतगुरु कहते करोड़ दाता लख दाता ते बड़ी दूर दी गल, कोई दूजा दाता भी नहीं। सारा जगत फिर के वेख लो, सब जग फिर मैं देखिया हर इको दाता। दाता इको ही है, एक दातार सगल है जाचक दूसर कह पै जाऊं। जगत भिखारी फिरत है सब को दाता राम। दाता केवल एक है। ते जदों सतगुरु जी सौदा तोलदे ते नाले आवाज दिंदे एक है। सतगुरु जी तां ਇਹ ਸੰਦੇਸ਼ ਦੇਣਾ ਚਾਹੁੰਦੇ ਸਨ, ਭਾਈ परमात्मा ਇੱਕੋ ਹੀ ਹੈ। ਤੇ ਲਾਗੋਂ ਆਵਾਜ਼ ਆਉਂਦੀ, ਬਾਬਾ ਧਾਰਨਾ 6 ਪੈ ਗਈਆਂ ਨੇ, ਤੁਸੀਂ ਇੱਕ ਦੀ ਰੱਟ ਲਾਈ ਹੈ। ਤੇ ਗੁਰੂ ਨਾਨਕ ਸਾਹਿਬ ਅੱਗੋਂ ਫਿਰ ਇਹ ਕਹਿੰਦੇ ਕਿ ਜਿਹੜਾ ਇੱਕ ਹੈ ਨਾ, ਉਹੀਓ ਸੱਤ ਹੈ, ਸੱਤ ਹੈ, ਸੱਤ ਹੈ, ਸੱਤ ਹੈ, ਸੱਤ ਹੈ। ਹੁਣ ਸੱਤ ਦਾ ਅਰਥ ਇੱਥੇ ਗਿਣਤੀ ਦੇ ਸੱਤ ਨਹੀਂ। ਸੱਤ ਦਾ ਮਤਲਬ ਸੱਚ, ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਤੁਧ ਬਾਝ ਕੂੜੋ ਕੂੜ, ਜੇ ਉਹਦੇ ਨਾਲ ਜੁੜੇ ਆ ਫਿਰ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਨਹੀਂ ਤਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਉਹਦੇ ਤੋਂ ਬਿਨਾ ਸਭ ਕੁਝ ਮਿਥਿਆ ਹੈ, ਨਾਸਵਾਨ ਹੈ। ਸੱਚ ਸਦਾ ਹੋਂਦ ਵਾਲਾ ਕੇਵਲ ਪਰਮਾਤਮਾ ਹੈ। ਇਸ ਲਈ ਗਰੀਬ ਨਵਾਜ ਜੀ ਨੇ ਜਦੋਂ ਸੱਤ ਦਾ ਹੋਕਾ ਦਿੱਤਾ ਵੀ ਜਿਹੜਾ ਇੱਕ ਹੈ ਉਹੀਓ ਸੱਚ ਸਰੂਪ ਹੈ, ਪਰ ਗਿਣਤੀ ਮਿਣਤੀ ਵਾਲੇ ਫਿਰ ਕਹਿਣ ਲੱਗੇ, ਬਾਬਾ ਧਾਰਨਾ ਤੇ 12 ਪੈ ਗਈਆਂ, ਤੁਸੀਂ ਸੱਤ ਸੱਤ ਕਹੀ ਜਾਂਦੇ ਹੋ। ਆ ਵੇਖੋ ਜਿਹੜੀ ਸਾਡੇ ਤੇ ਸਤਿਗੁਰਾਂ ਬਖਸ਼ਿਸ਼ ਕੀਤੀ ਹੈ ਨਾ, ਵੀ ਬੋਲੇ ਸੋ ਨਿਹਾਲ। ਜਿਹੜਾ ਆ ਬੋਲੇਗਾ ਉਹ ਨਦਰੋਂ ਨਦਰ ਨਿਹਾਲ ਹੋਵੇਗਾ। ਕੀ ਬੋਲੇਗਾ? ਸਤ ਸ਼੍ਰੀ ਅਕਾਲ। ਵੀ ਜਿਹੜਾ ਅਕਾਲ ਪੁਰਖ ਹੈ ਉਹ ਸਤ ਹੈ। ਤੇ ਅੱਜ ਸਾਡੇ ਤੇ ਕਿਰਪਾ ਕਿਉਂ ਨਹੀਂ ਹੁੰਦੀ? ਕਿਉਂਕਿ ਬਹੁਤੇ ਸਤਿ ਸ੍ਰੀ ਅਕਾਲ ਹੀ ਕਹੀ ਜਾਂਦੇ ਆ। ਸਤਿ ਸ੍ਰੀ ਅਕਾਲ ਜੀ, ਉਹ ਸਤਿ ਸ੍ਰੀ ਅਕਾਲ ਨਹੀਂ ਹੈ, ਸਤ ਸ਼੍ਰੀ ਅਕਾਲ। ਵੀ ਜਿਹੜਾ ਇਹ ਬੋਲੇਗਾ ਵੀ ਅਕਾਲ ਪੁਰਖ ਸਤ ਹੈ, ਉਹ ਸੱਚਾ ਹੈ, ਉਹ ਨਦਰੋਂ ਨਦਰ ਨਿਹਾਲ ਹੋ ਜਾਵੇਗਾ। ਜਿਵੇਂ ਜਪ ਤੋਂ ਸ਼ੁਰੂ ਕੀਤਾ ਤੇ ਨਾਨਕ ਨਦਰੀ ਨਦਰ ਨਿਹਾਲ। ਵੀ ਜਿਹੜਾ ਜਪ ਕਰੇਗਾ, ਜਿਹੜਾ ਬੋਲੇਗਾ ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਫਿਰ ਨਾਨਕ ਨਦਰੀ ਨਦਰ ਨਿਹਾਲ। ਤੇ ਸਾਨੂੰ ਸਤਿਗੁਰਾਂ ਨੇ ਜਕਾਰਾ ਦਿੱਤਾ, ਸਾਨੂੰ ਨਾਅਰਾ ਦਿੱਤਾ ਵੀ ਜਿਹੜਾ ਬੋਲੇਗਾ ਉਹ ਨਿਹਾਲ ਹੋ ਜਾਵੇਗਾ। ਕੀ ਬੋਲੇਗਾ? ਸਤਿ ਸ਼੍ਰੀ ਅਕਾਲ। ਵੈਸੇ ਹਿੰਦੂ ਜਗਤ ਅੰਦਰ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਤੇ ਉਹ ਵੀ ਕਹਿੰਦੇ ਨੇ ਰਾਮ ਨਾਮ ਸਤ ਹੈ, ਪਰ ਰਾਮ ਨਾਮ ਅੱਗੋਂ ਪਿੱਛੋਂ ਵੀ ਸਤ ਹੈ। ਜਦੋਂ ਬੱਚਾ ਘਰ ਜਨਮ ਲੈਂਦਾ ਨਾ, ਉਦੋਂ ਵੀ ਰਾਮ ਨਾਮ ਸਤ ਹੈ। ਜਦੋਂ ਅਸੀਂ ਕਿਸੇ ਦਾ ਵਿਆਹ ਕਾਰਜ ਕਰਦੇ ਹਾਂ, ਪਰਮੇਸ਼ਰ ਦਾ ਨਾਮ ਉਦੋਂ ਵੀ ਸਤ ਹੈ। ਪਰ ਕੁਝ ਮਨੌਤਾਂ ਐਸੀਆਂ ਬਣ ਜਾਂਦੀਆਂ ਨੇ, ਜਿਵੇਂ ਅੱਜ ਵੀ ਤੁਸੀਂ ਕਿਸੇ ਨੂੰ ਕਹੋ ਵੀ ਜਿਵੇਂ ਸੁਖਮਣੀ ਸਾਹਿਬ ਪੜ੍ਹਦੇ ਹੋ ਇਵੇਂ ਸੋਹਲਾ ਸਾਹਿਬ ਵੀ ਪੜ੍ਹ ਲਿਆ ਕਰੋ, ਤੇ ਅੱਗੋਂ ਪਤਾ ਕੀ ਕਹਿਣਗੇ? ਉਹ ਤੇ ਜੀ ਰਾਤ ਨੂੰ ਸੌਣ ਲੱਗਿਆਂ ਪੜ੍ਹਿਆ ਜਾਂਦਾ। ਕਈ ਕਹਿਣਗੇ ਜੀ ਉਹ ਕਿਸੇ ਦਾ ਸੰਸਕਾਰ ਕਰਨ ਲੱਗਿਆਂ ਪੜ੍ਹੀਦਾ। ਆ ਕਈਆਂ ਨੇ ਜਦੋਂ ਸੋਧੇ ਲੱਗਦੇ ਸਨ ਤੇ ਉਦੋਂ ਵੀ ਇਹ ਸ਼ਬਦ ਜੋੜ ਦਿੱਤੇ ਵੀ ਪੁਰਾਣੇ ਦਾ ਜਿਹੜਾ ਉਸ ਕੀਰਤਨ ਸੋਹਲਾ ਪੜ੍ਹ ਦਿੱਤਾ। ਨਹੀਂ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੇ ਜਦੋਂ ਤੁਸੀਂ ਸੋਹਲਾ ਸਾਹਿਬ ਨੂੰ ਪੜ੍ਹੋਗੇ ਨਾ, ਉਹਦੇ ਵਿੱਚ ਤੁਕਾਂ ਆਉਂਦੀਆਂ ਨੇ ਕਿ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਤੇ ਤੁਸੀਂ ਹੈਰਾਨ ਹੋਵੋਗੇ ਵੀ ਇੱਕ ਪਾਸੇ ਸੁਖਮਣੀ ਸਾਹਿਬ ਦੇ 24 ਸ਼ਲੋਕ, 24 ਅਸ਼ਟਪਦੀਆਂ, ਤੇ ਫਿਰ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਤੇ ਸੋਹਲਾ ਸਾਹਿਬ ਦੇ 5 ਸ਼ਬਦ ਨੇ। ਤੇ ਇਹਦੇ ਵਿੱਚ ਵੀ ਕਿਹਾ ਵੀ ਮੈਂ ਵਾਰੀ ਜਾਵਾਂ ਇਸ ਸੋਹਿਲੇ ਤੋਂ, ਜਿਹਨੂੰ ਗਾਉਣ ਨਾਲ, ਜਿਹਨੂੰ ਪੜ੍ਹਨ ਨਾਲ ਸਦਾ ਲਈ ਸੁੱਖ ਮਿਲਦਾ ਹੈ। ਫਿਰ ਕੋਈ ਵੰਡੀਆਂ ਨਹੀਂ ਪਾਵੇਗਾ ਬਾਣੀ ਵਿੱਚ। ਫਿਰ ਸਾਨੂੰ ਸਮਝ ਆਵੇਗੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਦੋਂ ਜੀ ਕਰੇ ਆਸਾ ਦੀ ਵਾਰ ਪੜ੍ਹੋ, ਸਿੱਧ ਗੋਸ਼ਟ ਪੜ੍ਹੋ, ਸੋਹਲਾ ਸਾਹਿਬ ਪੜ੍ਹੋ, ਆਨੰਦ ਸਾਹਿਬ ਪੜ੍ਹੋ, ਸੁਖਮਣੀ ਸਾਹਿਬ ਪੜ੍ਹੋ। ਜਦੋਂ ਚਿੱਤ ਕਰੇ ਤੁਸੀਂ ਸਹਿਜ ਪਾਠ ਕਰੋ। ਸਮੁੱਚੀ ਬਾਣੀ ਆਤਮਿਕ ਸੁੱਖ ਦੇਣ ਵਾਲੀ ਹੈ, ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸਤਿਗੁਰੂ ਗਰੀਬ ਨਵਾਜ ਜੀ ਨੇ ਮੌਲਵੀ ਨੂੰ ਜਦੋਂ ਇਹ ਪੁੱਛਿਆ ਵੀ
ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ, ਉਹਨੂੰ ਯਾਦ ਕਰਨ ਦਾ ਢੰਗ ਤਰੀਕਾ ਕੀ ਹੈ। ਤੇ ਮੌਲਵੀ ਜੀ ਕਹਿਣ ਲੱਗੇ ਵੀ ਅਜੇ ਤੁਸੀਂ ਛੋਟੇ ਹੋ, ਜਦੋਂ ਬਚਪਨ ਤੋਂ ਬਾਅਦ ਜਵਾਨੀ ਆਵੇਗੀ, ਬੁਢਾਪਾ ਆਵੇਗਾ, ਮੌਤ ਦੇ ਨੇੜੇ ਹੁੰਦਾ ਜੀਵ, ਉਦੋਂ ਇਹੋ ਜਿਹੀਆਂ ਗੱਲਾਂ ਕਰੀਦੀਆਂ ਨੇ। ਤੇ ਸਤਿਗੁਰੂ ਜੀ ਨੇ ਕਿਹਾ, ਮੌਲਵੀ ਜੀ ਜੇ ਮੌਤ ਦੇ ਨੇੜੇ ਜਾ ਕੇ ਇਹ ਗੱਲਾਂ ਕਰੀਦੀਆਂ ਨੇ ਤੇ ਸੱਚੀ ਮੁੱਚੀ ਸਾਰਿਆਂ ਦੇ ਸਿਰ ਦੀ ਚੋਟੀ ਨੂੰ ਕਾਲ ਨੇ ਪਕੜਿਆ ਹੋਇਆ ਹੈ। ਉੱਥੇ ਮੇਰੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸੀ, ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾਦਾਨੀ। ਵੀ ਸਾਰਿਆਂ ਦੇ ਸਿਰ ਤੇ ਕਾਲ ਖੜਾ ਹੈ, ਭਾਈ ਰੇ ਇਉਂ ਜਾਣੋ ਸਿਰ ਕਾਲ, ਜਿਉਂ ਮੱਛੀ ਤਿਉਂ ਮਾਨਸਾਂ ਪਵੈ ਅਚਿੰਤਾ ਜਾਲ। ਵੀ ਕਾਲ ਤੇ ਸਿਰ ਦੇ ਉੱਪਰ ਮੰਡਰਾ ਰਿਹਾ, ਹਰ ਵੇਲੇ ਮੌਤ ਸਿਰ ਦੇ ਉੱਪਰ ਖੜੀ ਹੈ। ਮੇਰੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਉਸ ਵੈਦ ਤੇ ਵੀ ਕਿਰਪਾ ਕੀਤੀ ਜਿਹਨੂੰ ਪਿਤਾ ਜੀ ਲੈ ਕੇ ਆਏ ਸਨ। ਵੀ ਜਿੰਨਾ ਅਸੀਂ ਖਾਂਦੇ ਆ, ਗੁਰੂ ਨਾਨਕ ਸਾਹਿਬ ਜੀ ਸਾਡੇ ਵਾਂਗ ਓਨਾ ਖਾਂਦੇ ਨਹੀਂ। ਜਿੰਨਾ ਅਸੀਂ ਸੌਂਦੇ ਆ, ਗੁਰੂ ਨਾਨਕ ਸਾਹਿਬ ਜੀ ਓਨਾ ਸੌਂਦੇ ਨਹੀਂ। ਜਿੰਨਾ ਅਸੀਂ ਬੋਲਦੇ ਆ, ਗੁਰੂ ਨਾਨਕ ਸਾਹਿਬ ਓਨਾ ਬੋਲਦੇ ਨਹੀਂ। ਪਿਤਾ ਜੀ ਕਹਿਣ ਲੱਗੇ, ਕਈਆਂ ਨੇ ਤਾਂ ਇਹ ਵੀ ਵਹਿਮ ਭਰਮ ਪ੍ਰਸਿੱਧ ਕਰ ਦਿੱਤੇ ਨੇ ਵੀ ਸ਼ਾਇਦ ਕੋਈ ਭੂਤ ਪ੍ਰੇਤ ਹੀ ਨਾ ਚੰਬੜ ਗਿਆ ਹੋਵੇ। ਪਰ ਪਿਤਾ ਜੀ ਬੜੇ ਸਿਆਣੇ ਸਨ, ਵੈਦ ਕੋਲ ਗਏ ਤੇ ਜਾ ਕੇ ਕਹਿਣ ਲੱਗੇ, ਮੇਰੇ ਪੁੱਤਰ ਨੂੰ ਲੋਕੀ ਇਸ ਤਰ੍ਹਾਂ ਕਹਿੰਦੇ ਨੇ, ਕੋਈ ਆਖੈ ਭੂਤਨਾ ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਹਿਣ ਲੱਗੇ, ਮੈਂ ਪਟਵਾਰੀਆਂ ਦਾ ਇੰਚਾਰਜ ਹਾਂ, ਧਨ ਦੌਲਤ ਕਰਕੇ ਜਿੰਨੀ ਫੀਸ ਤੁਹਾਡੀ ਹੋਵੇਗੀ ਦਵਾਂਗਾ, ਪਰ ਮੇਰੇ ਪੁੱਤਰ ਨੂੰ ਠੀਕ ਕਰ ਦਿਓ। ਉਹਨਾਂ ਨਾਲ ਗੱਲਬਾਤ ਕੋਈ ਨਹੀਂ ਕਰਨੀ, ਉਹਨਾਂ ਦੀ ਨਬਜ ਵੇਖ ਕੇ, ਚੱਕਰ ਚਿਹਨ ਵੇਖ ਕੇ ਤੁਸੀਂ ਇਹ ਹਿਸਾਬ ਲਾਉਣਾ ਵੀ ਇਹਨਾਂ ਨੂੰ ਕੀ ਰੋਗ ਹੈ। ਪਿਤਾ ਜੀ ਬੈਗ ਫੜ ਕੇ ਮਗਰ ਮਗਰ ਤੁਰ ਪਏ, ਵੈਦ ਹਰਦਾਸ ਜੀ ਅੱਗੇ ਅੱਗੇ ਤੁਰ ਪਏ। ਆ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਹ ਪਕੜੀ, ਉੱਚੀ ਆਵਾਜ਼ ਨਾਲ ਕਹਿਣ ਲੱਗੇ, ਪਿਤਾ ਜੀ ਤੇਰੇ ਪੁੱਤਰ ਨੂੰ ਕੋਈ ਰੋਗ ਨਹੀਂ। ਇਹੋ ਜੀ ਤੰਦਰੁਸਤ ਨਬਜ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਹੈ। ਇਸ ਤੋਂ ਪਹਿਲਾਂ ਵੀ ਪਿਤਾ ਜੀ ਕੁਝ ਬੋਲਣ, ਗੁਰੂ ਨਾਨਕ ਸਾਹਿਬ ਬੋਲ ਪਏ। ਕਹਿਣ ਲੱਗੇ, ਭੋਲਿਆ ਵੀ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਤੈਨੂੰ ਕੀ ਪਤਾ ਅੰਦਰ ਕੀ ਰੋਗ ਹੈ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਵੈਦ ਜੀ ਰੋਗ ਲੱਗਦੇ ਕਿਉਂ ਨੇ? ਤੇ ਵੈਦ ਜੀ ਕਹਿਣ ਲੱਗੇ, ਬਹੁਤਾ ਬੇਥਵਾ ਤੇ ਬੇਵਕਤਾ ਖਾਣ ਨਾਲ। ਆ ਕਈ ਖਾਣ ਤੋਂ ਬਾਅਦ ਵੀ ਖਾਈ ਜਾਂਦੇ ਨੇ, ਕੋਈ ਟਾਈਮ ਟੇਬਲ ਨਹੀਂ। ਜੇ ਪੈਲਸਾਂ ਵਿੱਚ ਚਲੋ ਵੀ ਚਲੇ ਹੀ ਗਏ ਤੇ ਜਿੰਨੀ ਭੁੱਖ ਹੈ ਓਨਾ ਖਾਓ। ਕਈਆਂ ਦਾ ਕੰਮ ਹੀ ਹੁੰਦਾ ਵੀ ਇੱਕ ਪਾਸੇ ਤੋਂ ਸ਼ੁਰੂ ਹੁੰਦੇ ਨੇ ਤੇ ਜਦੋਂ ਤੱਕ ਉਹ ਸਟਾਲ ਮੁੱਕਣ ਨਾ ਉਦੋਂ ਤੱਕ ਉਹ ਤ੍ਰਿਪਤੀ ਹੁੰਦੀ ਨਹੀਂ। ਵੈਦ ਜੀ ਕਹਿਣ ਲੱਗੇ, ਬਹੁਤਾ ਬੇਵਕਤਾ ਤੇ ਬੇਥਵਾ ਖਾਣ ਨਾਲ ਰੋਗ ਲੱਗਦੇ ਨੇ। ਸਤਿਗੁਰੂ ਜੀ ਨੇ ਅਗਲਾ ਸਵਾਲ ਕਰ ਦਿੱਤਾ ਵੀ ਲੋਕੀ ਬਹੁਤਾ ਬੇਥਵਾ ਤੇ ਬੇਵਕਤਾ ਖਾਂਦੇ ਕਿਉਂ ਨੇ? ਵੈਦ ਜੀ ਕਹਿਣ ਲੱਗੇ ਵੀ ਅੰਦਰ ਰਸ ਕੋਈ ਨਹੀਂ। ਸਤਿਗੁਰਾਂ ਫਿਰ ਪ੍ਰਸ਼ਨ ਕਰ ਦਿੱਤਾ, ਵੈਦ ਜੀ ਅੰਦਰ ਦਾ ਰਸ ਕਿਵੇਂ ਬਣੇ? ਵੈਦ ਜੀ ਕਹਿਣ ਲੱਗੇ ਵੀ ਇਹ ਤਾਂ ਹੁਣ ਤੁਸੀਂ ਦੱਸ ਸਕਦੇ ਹੋ ਨਾ। ਜਨਮ ਸਾਖੀ ਵਾਲਾ ਲਿਖਦਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਅੱਖਾਂ ਬੰਦ ਕਰ, ਬੋਲ ਸਤ ਕਰਤਾਰ। ਹੁਣ ਗੁਰੂ ਨਾਨਕ ਸਾਹਿਬ ਬੁਲਾਉਣ ਵਾਲੇ ਹੋਣ ਤੇ ਵੈਦ ਜੀ ਜਦੋਂ ਸਤ ਕਰਤਾਰ ਆਖਦੇ ਨੇ ਤੇ ਸੱਚੀ ਮੁੱਚੀ ਅੰਦਰ ਰਸ ਨਾਲ ਭਰ ਗਿਆ। ਅੱਜ ਵੀ ਗੁਰੂ ਜੀ ਸਾਨੂੰ ਕਹਿੰਦੇ ਨੇ, ਬੋਲੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਤੇ ਜਦੋਂ ਅਸੀਂ ਬੋਲਾਂਗੇ ਨਾ ਤੇ ਸਾਡੇ ਅੰਦਰ ਵੀ ਰਸ ਆਵੇਗਾ। ਆ ਬੱਚਾ ਛੋਟਾ ਜਿਹਾ ਬੜਾ ਪਿਆਰਾ ਹੋਵੇ ਨਾ ਤੇ ਆਪਾਂ ਉਹਨੂੰ ਕਹੀਏ ਵੀ ਕਹਿ ਚਾਚਾ, ਤੇ ਉਹ ਭਾਵੇਂ ਤੋਤਲੀ ਜ਼ਬਾਨ ਨਾਲ ਤਾਤਾ ਕਵੇ, ਸਾਨੂੰ ਕਿੰਨਾ ਚੰਗਾ ਲੱਗਦਾ, ਆਪਾਂ ਘੁੱਟ ਕੇ ਗੱਲ ਨਾਲ ਲਾ ਲੈਨੇ ਆ। ਤੇ ਜੇ ਉਹ ਬੱਚਾ ਬੋਲੇ ਹੀ ਨਾ, ਘੁੱਗੂ ਵੱਟਾ ਹੀ ਬਣਿਆ ਰਵੇ, ਤੇ ਉਹਨੂੰ ਕੋਈ ਲਾਡ ਨਹੀਂ ਕਰਦਾ। ਸੱਚੀ ਮੁੱਚੀ ਅਸੀਂ ਬਹੁਤੇ ਜਿਹੜੇ ਆ ਘੁੱਗੂ ਵੱਟੇ ਹੀ ਬਣ ਗਏ ਆ। ਆਪਾਂ ਕਹਿੰਦੇ ਆ ਵੀ ਕੋਈ ਗੱਲ ਨਹੀਂ, ਬਾਣੀ ਗੁਰੂ ਕੇ ਗ੍ਰੰਥੀ ਸਾਹਿਬ ਨੇ ਸਾਨੂੰ ਸੁਣਾ ਹੀ ਦੇਣੀ ਆ, ਅਸੀਂ ਕਿਉਂ ਬੋਲੀਏ?
ਪਰ ਜਦੋਂ ਸਤਿਗੁਰੂ ਬੁਲਾਉਂਦੇ ਨੇ ਵੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੋਲ ਸਤ ਕਰਤਾਰ, ਤੇ ਜਦੋਂ ਵੈਦ ਹਰਦਾਸ ਜੀ ਨੇ ਕਿਹਾ ਸਤ ਕਰਤਾਰ, ਅੰਦਰ ਰਸ ਨਾਲ ਭਰ ਗਿਆ। ਪਿਤਾ ਜੀ ਉਡੀਕਦੇ ਨੇ ਵੀ ਵੈਦ ਜੀ ਮੈਨੂੰ ਆ ਕੇ ਦੱਸਣ ਵੀ ਕਿੰਨਾ ਹਿਸਾਬ ਕਿਤਾਬ ਹੈ। ਤੇ ਵੈਦ ਜੀ ਰੱਬੀ ਵਜਦ ਵਿੱਚ ਜੁੜੇ ਜਿਵੇਂ ਕਿਤੇ ਇਵੇਂ ਅਨੁਭਵ ਕਰ ਰਹੇ ਹੋਣ ਕਿ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਜਿੱਥੇ ਬਾਕੀ ਆਪਾਂ ਬਖਸ਼ਿਸ਼ਾਂ ਵੇਖਦੇ ਆਂ, ਰਬਾਬ ਤੋਂ ਨਗਾਰੇ ਤੱਕ, ਚਰਨ ਪੌਲ ਤੋਂ ਖੰਡੇ ਦੀ ਪੌਲ ਤੱਕ, ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਤੱਕ, ਸ਼੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸ਼੍ਰੀ ਹਜੂਰ ਸਾਹਿਬ ਤੱਕ, ਉੱਥੇ ਇਹ ਬਖਸ਼ਿਸ਼ਾਂ ਵੈਦ ਹਰਦਾਸ ਤੋਂ ਲੈ ਕੇ ਵੈਦ ਸੁਜਾਨ ਸਿੰਘ ਤੱਕ, ਇਹ ਵੀ 10 ਪਾਤਸ਼ਾਹੀਆਂ ਨੇ ਸਾਡੇ ਤੇ ਕਿਰਪਾ ਕੀਤੀ ਹੈ। 6-6 ਹਰਟਾਂ ਵਾਲੇ ਖੂਹ ਲਗਵਾਏ, ਕੋੜੀ ਘਰ ਬਣਾਏ, ਦਵਾਖਾਨੇ ਖੋਲੇ। ਕੀਰਤਪੁਰ ਸਾਹਿਬ ਦੀ ਧਰਤੀ ਤੇ ਲਾਰਜ ਸਕੇਲ ਤੇ ਦਵਾਖਾਨਾ ਖੋਲਿਆ ਵੀ ਜਿਹੜਾ ਲੱਖ ਸਵਾਰ ਦਾ ਮਾਲਕ, ਜਿਨਨੇ ਕਦੇ ਕਰੋੜਾਂ ਰੁਪਏ ਖਰਚ ਕਰਕੇ ਤਖਤੇ ਤੌਸ ਬਣਾਇਆ, ਤਾਜ ਮਹੱਲ ਵਰਗੀਆਂ ਇਮਾਰਤਾਂ ਬਣਾਈਆਂ, ਪਰ ਜਦੋਂ ਉਹ ਬੇਵੱਸ ਹੋ ਗਿਆ ਵੀ ਉਹਦੇ ਪੁੱਤਰ ਦਾ ਰੋਗ ਜਿਸ ਨਾਲ ਦੂਰ ਹੋਣਾ ਸੀ, ਉਹ ਔਸ਼ਧੀਆਂ ਕਿਤੇ ਨਾ ਮਿਲੀਆਂ, ਤੇ ਸ਼ਾਹ ਜਹਾਨ ਨੇ ਫਿਰ ਗੁਰੂ ਘਰ ਪੱਤਰ ਲਿਖਿਆ ਸੀ, ਤੇ ਗੁਰੂ ਹਰ ਰਾਏ ਮਹਾਰਾਜ ਜੀ ਨੇ ਉਹ ਔਸ਼ਧੀਆਂ ਭੇਜੀਆਂ ਸਨ। ਗੁਰੂ ਘਰ ਦੇ ਵਿੱਚ ਇਹ ਵੀ ਸਾਡੇ ਤੇ ਬਖਸ਼ਿਸ਼ਾਂ ਹੋਈਆਂ ਨੇ, ਵੈਦ ਹਰਦਾਸ ਤੋਂ ਲੈ ਕੇ ਵੈਦ ਸੁਜਾਨ ਸਿੰਘ ਤੱਕ। ਤੇ ਸਾਨੂੰ ਇਹਨਾਂ ਬਖਸ਼ਿਸ਼ਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਵੀ ਜਦੋਂ ਕਿਤੇ ਸਰੀਰਕ ਰੋਗ ਲੱਗੇ ਹੋਣ ਤੇ ਚੰਗੇ ਵੈਦ ਕੋਲ, ਚੰਗੇ ਡਾਕਟਰ ਕੋਲੋਂ ਚੈੱਕਅਪ ਕਰਾਉਣੀ ਚਾਹੀਦੀ ਹੈ। ਅੱਜ ਜਿੱਡਾ ਵੱਡਾ ਮਹਾਂਪੁਰਖ, ਜਿੱਡਾ ਵੱਡਾ ਗਿਆਨੀ, ਉਹਦੇ ਸਰਾਣੇ ਕਦੇ ਤੁਸੀਂ ਉਹ ਸਲਿੱਪ ਵੇਖਿਓ, ਉਹ ਵੱਡੇ ਤੋਂ ਵੱਡੇ ਹਸਪਤਾਲ ਦੀ ਹੋਵੇਗੀ, ਕਿਉਂਕਿ ਉਹ ਸਿਆਣਾ ਹੈ। ਉਹਨੂੰ ਪਤਾ ਹੈ ਵੀ ਸਵਾਹ ਦੀ ਚੁਟਕੀ ਨਾਲ ਗੱਲ ਨਹੀਂ ਬਣਨੀ। ਉਹਨੂੰ ਪਤਾ ਹੈ ਵੀ ਏਮਜ ਵਰਗੇ, CMC ਵਰਗੇ ਹਸਪਤਾਲਾਂ ਤੋਂ, ਜਦੋਂ ਵੱਡੇ ਵੱਡੇ ਹਸਪਤਾਲਾਂ ਤੋਂ ਜਾ ਕੇ ਇਲਾਜ ਕਰਾਵਾਂਗੇ ਤੇ ਨਾਲ ਮਾਲਕ ਦੀ ਕਿਰਪਾ ਹੋ ਜਾਵੇ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਵਿੱਚ ਆਪ ਵਰਦਾ ਤੇ ਫਿਰ ਦਵਾਈਆਂ ਔਖਦ ਦੀਆਂ ਜਿਹੜੀਆਂ ਉਹ ਵੀ ਰਾਸ ਆਉਂਦੀਆਂ ਨੇ। ਤੇ ਸਤਿਗੁਰੂ ਜੀ ਦੀਆਂ ਇਹ ਬਖਸ਼ਿਸ਼ਾਂ ਨੇ ਵੀ ਵੈਦ ਹਰਦਾਸ ਤੋਂ ਲੈ ਕੇ ਵੈਦ ਸੁਜਾਨ ਸਿੰਘ ਤੱਕ ਅਧਿਆਤਮਿਕ ਤੌਰ ਤੇ ਜਦੋਂ ਤ੍ਰਿਸ਼ਨਾ, ਈਰਖਾ, ਦਵੈਖ ਇਹ ਰੋਗ ਲੱਗੇ ਹੋਣ ਤੇ ਸਾਹਿਬ ਕਹਿੰਦੇ ਫਿਰ ਇਹ ਰੋਗ ਨਾਮ ਦੀ ਔਸ਼ਧੀ ਨਾਲ, ਸੱਚ ਦੀ ਔਸ਼ਧੀ ਨਾਲ ਦੂਰ ਹੋਣੇ ਨੇ। ਜੇ ਸਮੁੱਚੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਆਪਾਂ ਸਮਝਣਾ ਹੋਵੇ ਤੇ ਸਾਹਿਬ ਨੇ ਇਹ ਉਪਦੇਸ਼ ਦਿੱਤਾ, ਸੱਚ ਸਭਨਾ ਹੋਏ ਦਾਰੂ, ਮੈਲ ਕੱਢੈ ਪਾਪ ਕੱਢੈ ਧੋਏ। ਵੀ ਜਿਹੜਾ ਸੱਚ ਹੈ ਨਾ, ਇਹ ਸਾਰਿਆਂ ਲਈ ਦਾਰੂ ਹੈ, ਮੈਡੀਸਨ ਹੈ। ਸੱਚ ਨੂੰ ਹਿੰਦੂ ਧਾਰਨ ਕਰ ਲਵੇ, ਉਹਨੂੰ ਅੰਦਰ ਦੇ ਰੋਗਾਂ ਤੋਂ ਨਿਜਾਤ ਮਿਲ ਜਾਵੇ। ਸੱਚ ਮੁਸਲਮਾਨ ਧਾਰਨ ਕਰ ਲਵੇ, 5 ਨਵਾਜ਼ਾਂ ਵਕਤ 5, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, 5ਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਜੇ ਸੱਚ ਨੂੰ ਜੋਗੀ ਧਾਰਨ ਕਰ ਲਵੇ, ਸਿੱਧ ਗੋਸ਼ਟ ਬਾਣੀ ਵਿੱਚ ਸੈਂਕੜੇ ਪ੍ਰਸ਼ਨ ਉੱਤਰ ਨੇ, ਪਰ ਰਹਾਉ ਦਾ ਇੱਕੋ ਬੰਦ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਸੱਚ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸਾਹਿਬ ਕਹਿੰਦੇ ਜਿਵੇਂ ਕਿਸੇ ਡਾਕਟਰ ਕੋਲ ਜਾਓ, ਉਹ ਰੋਗ ਦੇ ਮੁਤਾਬਕ ਦਵਾਈ ਦਿੰਦਾ, ਉਹ ਇਹ ਨਹੀਂ ਵੇਖਦਾ ਵੀ ਰੋਗੀ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਪਾਰਸੀ ਹੈ। ਇਵੇਂ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜਾ ਵੀ ਆਇਆ, ਸਤਿਗੁਰਾਂ ਨੇ ਇੱਕੋ ਉਪਦੇਸ਼ ਦਿੱਤਾ ਵੀ ਸੱਚ ਨਾਲੋਂ ਟੁੱਟ ਕੇ ਤੁਸੀਂ ਮੈਲੇ ਹੋਏ ਜੇ, ਮੈਲ ਲੱਗ ਗਏ ਸੱਚ ਬਿਨਾ। ਜਦੋਂ ਸੱਚ ਨਾਲੋਂ ਟੁੱਟ ਗਏ, ਮੈਲੇ ਹੋ ਗਏ, ਤੇ ਮੈਲ ਤੋਂ ਫਿਰ ਇਨਫੈਕਸ਼ਨ ਹੁੰਦੀ ਹੈ, ਤੇ ਇਨਫੈਕਸ਼ਨ ਰੋਗਾਂ ਨੂੰ ਦੂਰ ਕਰਦਾ। ਜਦੋਂ ਆਪਾਂ ਡਾਕਟਰ ਕੋਲ ਜਾਂਦੇ, ਡਾਕਟਰ ਰੋਗ ਨਹੀਂ ਦੂਰ ਕਰਦਾ, ਡਾਕਟਰ ਇਨਫੈਕਸ਼ਨ ਦੂਰ ਕਰਦਾ।
ਤੇ ਜਦੋਂ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਬੰਦਾ ਤੰਦਰੁਸਤ ਹੋ ਜਾਂਦਾ। ਹੁਣ ਸੱਚ ਨਾਲੋਂ ਟੁੱਟ ਕੇ ਅਸੀਂ ਮੈਲੇ ਹੋਏ ਆ, ਤੇ ਜਦੋਂ ਸੱਚ ਨਾਲ ਜੁੜਾਂਗੇ, ਸੱਚ ਸਭਨਾ ਹੋਏ ਦਾਰੂ। ਕਹਿੰਦੇ ਆ ਜਿਹੜਾ ਸੱਚ ਹੈ ਨਾ, ਇਹ ਸਮੁੱਚੀ ਮਾਨਵਤਾ ਦੀ ਮੈਡੀਸਨ ਹੈ, ਸਮੁੱਚੀ ਮਾਨਵਤਾ ਦਾ ਦਾਰੂ ਹੈ, ਸਮੁੱਚੀ ਮਾਨਵਤਾ ਦੀ ਦਵਾਈ ਹੈ। ਤੇ ਜਿਹੜਾ ਵੀ ਇਸ ਦਵਾਈ ਨੂੰ ਧਾਰਨ ਕਰ ਲਵੇਗਾ, ਸੱਚਮੁੱਚ ਉਹਨੂੰ ਅੰਦਰ ਦੀ ਅਰੋਗਤਾ ਮਿਲੇਗੀ। ਨਹੀਂ ਤਾਂ ਬੰਦਾ ਮਜ਼ਹਬੀ ਤੌਰ ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਤਾਂ ਹੋ ਸਕਦਾ ਹੈ, ਪਰ ਸੱਚ ਨਾਲੋਂ ਟੁੱਟ ਕੇ ਇਹ ਧਰਮੀ ਨਹੀਂ ਜੇ ਰਹਿੰਦਾ। ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲ ਤਕਬਰੀ, ਖਿੰਚੋ ਤਾਣ ਕਰੇਨ ਤਗਾਣੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਭਾਣੇ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾਣੇ। ਜਦੋਂ ਸੱਚ ਕਿਨਾਰਾ ਕਸ਼ੀ ਕਰ ਜਾਵੇ, ਸੱਚ ਖੰਭ ਲਾ ਕੇ ਉੱਡ ਜਾਵੇ, ਤੇ ਮਗਰ ਜੋ ਕੁਝ ਬਚਦਾ, ਸਾਹਿਬ ਜੀ ਨੇ ਸਾਨੂੰ ਬਾਣੀ ਵਿੱਚ ਉਪਦੇਸ਼ ਦਿੱਤਾ ਕਿ ਫਿਰ ਕੇਵਲ ਕੂੜ ਦੀ ਮੱਸਿਆ ਹੀ ਮਗਰ ਦਿਖਾਈ ਦਿੰਦੀ ਹੈ, ਕਾਲੀ ਬੋਲੀ ਰਾਤ ਹੀ ਦਿਖਾਈ ਦਿੰਦੀ ਹੈ। ਕਿਉਂਕਿ ਜਦੋਂ ਸੱਚ ਧਰਮ ਖੰਭ ਲਾ ਕੇ ਉੱਡ ਜਾਵੇ ਤੇ ਮਗਰ ਕੇਵਲ ਝਗੜੇ, ਫਸਾਦ, ਈਰਖਾ ਬਚਦੀ ਹੈ। ਸਮੁੱਚੀ ਮਾਨਵਤਾ ਨੂੰ ਸਤਿਗੁਰੂ ਜੀ ਨੇ ਏਕਤਾ ਦਾ ਉਪਦੇਸ਼ ਦਿੱਤਾ। ਮੁਹੰਮਦ ਇਕਬਾਲ ਹੋਣਾ ਲਿਖਿਆ, ਫਿਰ ਉੱਠੀ ਆਖਰ ਸਦਾ ਤੁਹੀਦ ਕੀ ਪੰਜਾਬ ਸੇ, हिंद को एक मर्दे कामल ने जगाया ख्वाब से। अगर तेरी गुफ्तगू सब को भाई ना होती, तो मुस्लिम तेरी रहनुमाई ना होती। सतगुरु जी दी जय जयकार, सतगुरु जी दा उपदेश गंगा ते भी है, बनारस भी है, मक्के काबे भी है, घर घर बाबा गा भी है, वजन ताल मरदांगर बाबा। गंग बनारस हिंदुआ, मुसलमाना मक्का काबा। ਹਿੰਦੂਆਂ ਦੀ ਗੱਲ ਕੇਵਲ ਗੰਗਾ ਤੱਕ, ਮੁਸਲਮਾਨਾਂ ਦੀ ਗੱਲ ਮੱਕੇ ਕਾਬੇ, ਪਰ ਬਾਬੇ ਨਾਨਕ ਦੀ ਗੱਲ ਗੰਗਾ ਤੇ ਵੀ ਹੈ ਤੇ ਮੱਕੇ ਕਾਬੇ ਵੀ ਹੈ। ਕਿਉਂਕਿ ਉਹਨਾਂ ਨੇ ਮੈਡੀਸਨ ਹੀ ਇਹ ਦਿੱਤੀ ਜਿਹੜੀ ਸਾਰਿਆਂ ਲਈ ਇੱਕੋ ਜਿਹੀ ਹੋਵੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਸਤਿਗੁਰੂ ਕਿਰਪਾ ਕਰਨ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਸ ਨੁਕਤੇ ਨੂੰ ਸਮਝ ਲਈਏ ਤੇ ਬਾਣੀ ਨਾਲ ਜੁੜ ਕੇ, ਨਾਮ ਨਾਲ ਜੁੜ ਕੇ, ਸਤ ਸੰਗ ਨਾਲ ਜੁੜ ਕੇ ਆਪਣਾ ਪਾਰ ਉਤਾਰਾ ਕਰੀਏ। ਵੈਦ ਹਰਦਾਸ ਜੀ ਨੇ ਪੁੱਛਿਆ ਸੀ, ਸ਼੍ਰੀ ਸਤਿਗੁਰ ਜੀ ਇਹ ਕਰੁਣਾ ਕਰੀਏ, ਮਨ ਕੋ ਰੋਗ ਸਗਲ ਪਰ ਹਰੀਏ। ਸ਼੍ਰੀ ਗੁਰ ਕਹਿਓ ਕਰੋ ਸਤ ਸੰਗਾ, ਦਿਨ ਥੋਰਨ ਮੈਂ ਹੋਵੇ ਭੰਗਾ। ਮੈਂ ਕਹਿ ਕੇ ਸਮਾਪਤੀ ਕਰਾਂ। ਇਥੋਂ ਆਪਾਂ ਸ਼ੁਰੂ ਕੀਤਾ ਸੀ ਕਿ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਤੇ ਸਮਾਪਤੀ ਵੀ ਆਪਾਂ ਇੱਥੇ ਕਰ ਰਹੇ ਹਾਂ ਕਿ ਵੈਦ ਹਰਦਾਸ ਜੀ ਨੇ ਪੁੱਛਿਆ ਮਨ ਦੇ ਰੋਗ ਕਿਵੇਂ ਦੂਰ ਹੋਣ, ਤੇ ਸਾਹਿਬ ਕਹਿੰਦੇ ਜਿਵੇਂ ਰੋਗ ਦੂਰ ਕਰਨ ਲਈ ਦਵਾਖਾਨਾ ਚਾਹੀਦਾ, ਦਵਾਈ ਚਾਹੀਦੀ ਹੈ, ਵੈਦ ਚਾਹੀਦਾ। ਆ ਸਤ ਸੰਗ ਦਵਾਖਾਨਾ ਹੈ, ਗੁਰੂ ਵੈਦ ਹੈ, ਤੇ ਨਾਮ ਬਾਣੀ ਔਸ਼ਧੀ ਹੈ, ਦਵਾਈ ਹੈ, ਮੈਡੀਸਨ ਹੈ। ਜਦੋਂ ਆ ਤਿੰਨੇ ਨੁਕਤੇ ਇਕੱਠੇ ਹੋਣਗੇ ਨਾ, ਤੇ ਫਿਰ ਇਹ ਰੋਗ ਦੂਰ ਹੋਣੇ ਨੇ। ਕਿਉਂਕਿ ਬੰਦਾ ਕਈ ਵਾਰ ਕਹਿੰਦਾ ਮੈਂ ਬਾਣੀ ਪੜ੍ਹਦਾ, ਪਰ ਸਤ ਸੰਗ ਦੀ ਕੀ ਲੋੜ ਹੈ। ਕਈ ਕਹਿੰਦਾ ਮੈਂ ਸਤ ਸੰਗ ਵਿੱਚ ਜਾਣਾ, ਨਾਮ ਜਪਣ ਦੀ ਕੀ ਲੋੜ ਹੈ। ਨਹੀਂ ਭਾਈ, ਜਿਵੇਂ ਦਵਾਖਾਨਾ ਵੀ ਚਾਹੀਦਾ, ਦਵਾਈ ਵੀ ਚਾਹੀਦੀ ਹੈ, ਤੇ ਵੈਦ ਵੀ ਚਾਹੀਦਾ। ਸ਼੍ਰੀ ਗੁਰ ਕਹਿਓ ਕਰੋ ਸਤ ਸੰਗਾ, ਦਿਨ ਥੋਰਨ ਮੈਂ ਹੋਵੇ ਭੰਗਾ। ਗੁਰੂ ਗਰੀਬ ਨਵਾਜ ਜੀ ਨੇ ਵੈਦ ਹਰਦਾਸ ਜੀ ਨੂੰ ਉਪਦੇਸ਼ ਦਿੱਤਾ ਹੈ, ਸਤ ਸੰਗ ਵਿੱਚ ਆਇਆ ਕਰ, ਨਾਮ ਦੀ ਔਸ਼ਧੀ ਧਾਰਨ ਕਰਿਆ ਕਰ। ਨਾਮ ਔਖਦ ਜੋ ਹਿਰਦੈ ਹਤਾਵੈ, ਤਾਹੇ ਰੋਗ ਸੁਪਨੈ ਨਹੀਂ ਆਵੈ। ਜਿਨੇ ਨਾਮ ਰੂਪੀ ਔਸ਼ਧੀ, ਨਾਮ ਰੂਪੀ ਮੈਡੀਸਨ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਈ, ਆ ਈਰਖਾ, ਦਵੈਖ, ਇੱਥੇ ਤੱਕ ਕਿ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਇਹ ਰੋਗ ਵੱਡੇ ਵੱਡੇ ਜਿਹੜੇ ਨੇ ਇਹ ਵੀ ਦੂਰ ਹੋ ਜਾਣਗੇ। ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਅਗਲਾ ਪ੍ਰੋਗਰਾਮ ਆਪ ਜੀ ਸਟੇਜ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਪਿਆਰ ਸਹਿਤ ਆਖੋ ਜੀ।